ਅੱਜ ਸਭ ਅਸੀਂ ਆਪਣੀ ਬਾਈਬਲ ਖੋਲਾਂਗੇ। ਤੁਹਾਨੂੰ ਸਭ ਨੂੰ ਫੇਰ ਇੱਕ ਵਾਰ ਤੁਹਾਨੂੰ ਵੈਲਕਮ ਕਰਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੇ ਅੱਜ ਜਿਹੜੀ ਅਸੀਂ ਗੱਲ ਸਿੱਖਣ ਜਾ ਰਹੇ ਹਾਂ ਜੋ ਖੁਦਾ ਨੇ ਮੇਰੇ ਦਿਲ 'ਚ ਪਾਈ ਆ, ਤੇ ਇਹ ਬਹੁਤ ਜ਼ਰੂਰੀ ਹੈ ਹਰੇਕ ਮਸੀਹੀ ਵਾਸਤੇ। ਜਿਹੜਾ ਕੋਈ ਮਸੀਹ ਦੇ ਵਿੱਚ ਹੈਗਾ ਆ, ਬਾਈਬਲ ਦੱਸਦੀ ਉਹ ਇੱਕ ਵਾਰ ਦੇ ਵਿੱਚ ਹੈ। ਇੱਕ ਉਹ ਕਾਹਦੇ ਵਿੱਚ ਹੈ? ਉਹ ਵਾਰ ਦੇ ਵਿੱਚ, ਇੱਕ ਵਾਰ ਦੇ ਵਿੱਚ, ਇੱਕ ਉਹ ਇੱਦਾਂ ਦੀ ਲੜਾਈ ਦੇ ਵਿੱਚ ਆ ਜਿਹਦੇ ਬਾਰੇ ਅਸੀਂ ਅੱਜ ਪੜ੍ਹਾਂਗੇ ਬਾਈਬਲ ਦੇ ਵਿੱਚੋਂ। ਹਰੇਕ ਮਸੀਹੀ ਆ, ਹਰੇਕ ਮਸੀਹ ਜਿਹਨੇ ਫੈਸਲਾ ਲਿਆ ਖੁਦਾ ਨਾਲ ਚੱਲਣ ਦਾ, ਉਹਦੀ ਗੱਲ ਕਰ ਰਿਹਾ ਮੈਂ। ਜਿਹਦਾ ਫੈਸਲਾ ਨਹੀਂ ਕੋਈ ਹੈਗਾ ਉਹ ਨਹੀਂ ਹੈਗਾ ਵਾਰ ਦੇ ਵਿੱਚ, ਉਹ ਪ੍ਰਭੂ ਦੇ ਖਿਲਾਫ ਹੀ ਆ ਉਹ। ਲੇਕਿਨ ਜਿਹਨੇ ਫੈਸਲਾ ਲਿਆ ਆਪਣੇ ਜੀਵਨ ਦਾ ਕਿ ਮੈਂ ਖੁਦਾ ਨਾਲ ਚੱਲਣਾ ਆ, ਉਹ ਇਨਸਾਨ, ਉਹ ਭੈਣ ਤੇ ਭਰਾ ਇੱਕ ਵਾਰ ਦੇ ਵਿੱਚ ਹੈਗੇ ਆ। ਉਹ ਇੱਕ ਇਹੋ ਜਿਹੀ ਲੜਾਈ ਦੇ ਵਿੱਚ ਹੈਗੇ ਆ ਜਿਹੜੀ ਲੜਾਈ ਨੂੰ ਅਸੀਂ ਜਿੱਤਣਾ ਆ ਇਸ ਦੁਨੀਆ 'ਚ। ਹਾਲੇਲੂਇਆ। ਅੱਜ ਮੈਂ ਤੁਹਾਨੂੰ ਉਸ ਲੜਾਈ ਬਾਰੇ ਦੱਸੂੰਗਾ ਔਰ ਖੁਦਾ ਦਾ ਵਚਨ ਸਾਨੂੰ ਕੀ ਕਹਿੰਦਾ ਆ ਕਿ ਹਰੇਕ ਮਸੀਹ ਜਿਹੜਾ ਹੈਗਾ ਆ ਉਹ ਬੁਰਾਈ ਦੇ ਵਿਰੁੱਧ ਇੱਕ ਆਤਮਿਕ ਲੜਾਈ ਦੇ ਵਿੱਚ ਹੈਗਾ। ਇੱਕ ਆਤਮਿਕ ਸੰਘਰਸ਼ ਕਰਦੇ ਪਏ ਹਾਂ ਅਸੀਂ। ਇੱਕ ਇਹੋ ਜਿਹਾ ਸੰਘਰਸ਼ ਹੈਗਾ, ਸੰਘਰਸ਼ ਨੂੰ ਕੀ ਕਹਿੰਦੇ? ਸਟਰਗਲ। ਜਦੋਂ ਬੰਦਾ ਸਟਰਗਲ ਕਰਦਾ ਤੇ ਫਿਰ ਬੰਦੇ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਜਦ ਤੱਕ ਸਟਰਗਲ ਨਾ ਕਰੀਏ ਅਸੀਂ, ਤਦ ਤੱਕ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਜੀਵਨ ਦੇ ਵਿੱਚ ਅਸੀਂ ਕਿੱਦਾਂ ਦੇ ਅਨੁਭਵ ਲਏ। ਹੁਣ ਮੈਂ ਕੱਲ੍ਹ ਅਸੀਂ ਕਿਸੇ ਦੇ ਘਰ ਗਏ ਸੀਗੇ ਤੇ ਉਹ ਅੰਕਲ ਸੀਗੇ ਉੱਥੇ, ਇੱਕ ਫੈਮਿਲੀ ਸਾਡੀ ਸੀਗੀ ਸਾਡੇ ਨੇਬਰਸ ਦੇ ਵਿੱਚ, ਤੇ ਉਹ ਅੰਕਲ ਨੇ ਬੜੀ ਸੋਹਣੀ ਗੱਲ ਕਹੀ। ਕਹਿੰਦੇ ਜਦੋਂ ਇਨਸਾਨ ਕੁਛ ਚੀਜ਼ ਨੂੰ ਜਦੋਂ ਕੰਮ ਕਰਦਾ, ਕਿਸੇ ਲੈਵਲ 'ਤੇ ਪਹੁੰਚਣਾ ਚਾਹੁੰਦਾ, ਜਦੋਂ ਉੱਥੋਂ ਉਹ ਨਹੀਂ ਪਹੁੰਚ ਪਾਉਂਦਾ, ਕਹਿੰਦੇ ਉਹ ਉਹਦੇ ਲਈ ਕੀ ਹੁੰਦਾ ਹੈ? ਅਨੁਭਵ। ਤੇ ਜੇ ਉਹਨੂੰ ਪ੍ਰਾਪਤ ਕਰ ਲਵੇ ਉਹ ਕੀ ਹੁੰਦਾ ਫਿਰ ਉਹਦੇ ਲਈ? ਉਹਦੀ ਜਿੱਤ ਹੁੰਦੀ ਹੈ। ਲੇਕਿਨ ਉਸ ਜਿੱਤ ਦੇ ਵਿੱਚ, ਉਸ ਅਨੁਭਵ ਨੂੰ ਕਦੇ ਵੀ ਉਹ ਐਕਸਪੀਰੀਅੰਸ ਨਹੀਂ ਕਰ ਸਕਦਾ। ਜਦੋਂ ਜਿੱਤ ਪ੍ਰਾਪਤ ਕਰਦਾ ਆ ਤੇ ਕਹਿੰਦੇ ਕਿ ਉਹ ਉਦੋਂ ਆਪਣੇ ਘਮੰਡ 'ਚ ਕਿ ਇਹ ਮੈਂ ਕੀਤਾ ਆ। ਲੇਕਿਨ ਜਦੋਂ ਉਹ ਨਹੀਂ ਕਰ ਪਾਉਂਦਾ ਫਿਰ ਕੀ ਕਹਿੰਦਾ ਕਿ ਮੈਂ ਤੋਂ ਐਕਸਪੀਰੀਅੰਸ, ਮੈਂ ਸਿੱਖ ਲਈ ਵੀ ਆਹ ਗੱਲ ਇੱਦਾਂ ਆ। ਸਿੱਖਣ ਦੇ ਵਿੱਚ ਤੇ ਜਿੱਤ ਪ੍ਰਾਪਤ ਕਰਨ ਦੇ ਵਿੱਚ ਬੜਾ ਫਰਕ ਹੈਗਾ। ਹਾਲੇਲੂਇਆ। ਅਸੀਂ ਅੱਜ ਜਿਹੜੀ ਅਸੀਂ ਲੜਾਈ ਦੀ ਗੱਲ ਕਰਦੇ ਪਏ ਹਾਂ, ਅਸੀਂ ਉਸ ਲੜਾਈ ਬਾਰੇ ਦੇਖਾਂਗੇ। ਉਸ ਲੜਾਈ ਦੇ ਵਿੱਚ ਅਸੀਂ ਹੈਗੇ ਹਾਂ। ਜੇ ਅਸੀਂ ਹੈਗੇ ਹਾਂ ਤੇ ਅਸੀਂ ਕੀ ਸਾਡੇ ਕੋਲ ਕੁਝ ਹਥਿਆਰ ਹੈਗੇ ਇੱਦਾਂ ਦੇ ਕਿ ਸਾਡੇ ਕੋਲ ਉਹ ਗੱਲਾਂ ਹੈਗੀਆਂ ਕਿ ਜੇ ਅਸੀਂ ਲੜਾਈ ਦੇ ਵਿੱਚ ਹੈਗੇ ਹਾਂ। ਕਿਉਂਕਿ ਜਦੋਂ ਵੀ ਕੋਈ ਲੜਾਈ 'ਚ ਜਾਂਦਾ ਆ ਤੇ ਮੈਂ ਤੁਹਾਨੂੰ ਪੁੱਛੂੰਗਾ ਕਿ ਤੁਸੀਂ ਦੱਸੋ ਕਿ ਲੜਾਈ ਦੇ ਵਿੱਚ ਜਾਣ ਲਈ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੁੰਦੀ ਹੈ? ਟ੍ਰੇਨਿੰਗ, ਆਰਮਰਸ, ਹਥਿਆਰ, ਗ੍ਰਨੇਡ ਹੋ ਗਏ, ਹਾਂਜੀ, AK-47 ਹੋ ਗਈ, ਜਿਹਨਾਂ ਤੁਸੀਂ ਕੀ ਕਰ ਦੁਸ਼ਮਣ ਨੂੰ ਤੁਸੀਂ ਜਾਂ ਤੁਸੀਂ ਉਹਨੂੰ ਮਾਰੋਗੇ ਜਾਂ ਉਹ ਤੁਹਾਨੂੰ ਮਾਰੂਗਾ। ਦੋਨਾਂ ਵਿੱਚੋਂ ਇੱਕ ਬੰਦਾ ਹਮੇਸ਼ਾ ਜਿੱਤੂਗਾ। ਜਿਹੜੀ ਬਾਈਬਲ ਦੀ ਲੜਾਈ ਹੈਗੀ ਇੱਕ ਮਸੀਹੀ ਵਾਸਤੇ, ਅਸੀਂ ਉਹ ਦੇਖਾਂਗੇ ਅੱਜ। ਤੇ ਪਰਮੇਸ਼ਵਰ ਸਾਨੂੰ ਕੀ ਚਾਹੁੰਦਾ ਸਾਡੇ ਕੋਲੋਂ, ਇੱਕ ਮਸੀਹੀ ਦੇ ਕੋਲੋਂ। ਹਾਲੇਲੂਇਆ। ਅਸੀਂ ਪੜਾਂਗੇ ਇਫਸੀਆਂ, ਅਸੀਂ ਉਹਦੇ ਚੈਪਟਰ 6 ਤੇ ਜਾਵਾਂਗੇ, ਉਹਦੀ 11 ਤੇ 12 ਆयत ਅਸੀਂ पढ़ांगे। परमेश्वर के सारे हथियार बांध लो, हाँ जी, कि तुम शैतान की युक्तियों के सामने खड़े रह सको। हाँ जी। क्योंकि हमारा ये मलयुद्ध लहू और मांस से नहीं, परंतु प्रधानों से और अधिकारियों से और इस संसार के अंधकार के हाकिमों से और उस दुष्टता की आत्मिक सेनाओं से है जो आकाश में रहती हैं। बस दो गल्लां ਅਸੀਂ ਮੇਰੇ ਭੈਣ ਭਰਾਵੋ ਸਿੱਖਣੀਆਂ ਸੀ ਇੱਥੇ। ਤੁਸੀਂ ਬੜੇ ਧਿਆਨ ਨਾਲ ਗੱਲ ਸੁਣੀਓ ਅੱਜ। ਜੇ ਇਹ ਗੱਲ ਤੁਹਾਨੂੰ ਸਮਝ ਆ ਗਈ ਅੱਜ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਸਾਡਾ ਜੀਵਨ ਜਿਹੜਾ ਹੈਗਾ, ਕਿਉਂ ਅਸੀਂ ਸਟਰਗਲ ਕਰਦੇ ਪਏ ਜੀਵਨ ਦੇ ਵਿੱਚ, ਕਿਉਂ ਗੱਲਾਂ ਸਾਡੇ ਜੀਵਨ ਦੇ ਵਿੱਚ ਚੈਲੰਜਸ ਬਣ ਕੇ ਆਉਂਦੀਆਂ, ਰੀਜ਼ਨ ਕੀ ਹੈਗਾ ਉਹਦਾ। ਪਹਿਲੀ ਗੱਲ ਸਾਨੂੰ ਵਚਨ ਦੱਸਦਾ, ਕਹਿੰਦੇ ਤੁਸੀਂ ਪਰਮੇਸ਼ਵਰ ਦੇ ਸਾਰੇ ਅਸਤਰ ਸ਼ਸਤਰ ਪਾ ਲਓ। ਕਿਹਦੇ ਭਲਾ? ਪਰਮੇਸ਼ਵਰ ਦੇ। ਹਿੰਦੀ 'ਚ ਬਹੁਤ ਅੱਛਾ ਲਿਖਿਆ ਹੈ, परमेश्वर के सारे हथियार बांध लो। ਕਹਿੰਦਾ ਪਰਮੇਸ਼ਵਰ ਕੇ ਸਾਰੇ ਹਥਿਆਰ ਬਾਂਧ ਲਓ। ਅੱਜ ਮੈਂ ਤੁਹਾਨੂੰ ਉਹ ਵੈਪਨ ਦਿਖਾਣੇ ਆ, ਤੁਹਾਨੂੰ ਹਥਿਆਰ ਦਿਖਾਣੇ ਕਿਹੜੇ ਕਿਹੜੇ ਹਥਿਆਰ ਹੈਗੇ ਉਹ। ਹਾਲੇਲੂਇਆ। ਤਾਂ ਕਿ ਤੁਸੀਂ ਹਰੇਕ ਜਿਹੜਾ ਮਸੀਹ ਭੈਣ ਭਰਾ ਹੈਗਾ ਉਹ ਆਪਣੇ ਲੈਵਲ ਦੇ ਉੱਪਰ, ਸ਼ੈਤਾਨ ਨਾਲ ਤੁਹਾਡੀ ਸਾਡੀ ਇਕੱਲੇ ਲੜਾਈ ਆ, ਗਰੁੱਪ ਦੀ ਲੜਾਈ ਨਹੀਂ, ਗਰੁੱਪ 'ਚ ਨਹੀਂ ਹੈਗੀ ਸਾਡੀ ਲੜਾਈ, ਇਕੱਲੇ ਦੀ ਆ। ਪੌਲਸ ਕਹਿੰਦਾ ਮੈਂ ਰੋਜ਼ ਮਾਰਦਾ ਕੁੱਟਦਾ ਆਪਣੇ ਆਪ ਨੂੰ। ਰੋਜ਼ ਮੀਨਸ ਪ੍ਰਤੀ ਦਿਨ। ਅਸੀਂ ਪੜ੍ਹੀ ਸੀ ਨਾ ਪਰਸੋਂ ਗੱਲ ਕਿ ਤੁਸੀਂ ਕੀ ਕਰੋ, ਤੁਸੀਂ ਆਪਣਾ ਕਹਿੰਦੇ ਕਰੂਸ ਚੱਕੋ ਐਵਰੀ ਡੇ, ਪ੍ਰਤੀ ਦਿਨ। ਸਾਡੀ ਲੜਾਈ ਵੀ ਜਿਹੜੀ ਹੈਗੀ ਆ ਉਹ ਸਾਡੇ ਪ੍ਰਤੀ ਦਿਨ ਦੀ ਲੜਾਈ ਹੈ। ਔਰ ਕਾਹਦੇ ਨਾਲ ਹੈਗੀ ਲੜਾਈ? ਸਾਨੂੰ ਵਚਨ ਦੱਸਦਾ ਕਿ ਉਹ ਸ਼ੈਤਾਨ ਦੀਆਂ ਯੁਕਤੀਆਂ ਕੱਢਦਾ ਹੈ ਮਸੀਹ ਦੇ ਖਿਲਾਫ ਹਰ ਵੇਲੇ। ਉਹਦੇ ਕੋਲ ਇੱਕ ਪਲਾਨ ਹੁੰਦਾ, ਉਹਦੇ ਕੋਲ ਇੱਕ ਮਾਸਟਰ ਪਲਾਨ ਹੁੰਦਾ ਹਰ ਵੇਲੇ ਉਹਦੇ ਕੋਲ ਕਿ ਇਹਨੂੰ ਮੈਂ ਕਿੱਦਾਂ ਢਾਣਾ ਆ। ਤੇਰੇ ਵਾਸਤੇ ਵੀ, ਮੇਰੇ ਵਾਸਤੇ ਵੀ, ਭੈਣ ਵਾਸਤੇ ਵੀ, ਸਾਡੀ ਮੰਮੀ ਵਾਸਤੇ ਵੀ, ਇੱਧਰ ਭੈਣ ਵਾਸਤੇ ਵੀ, ਇੱਧਰ ਭੈਣ ਵਾਸਤੇ ਵੀ, ਸਾਰਿਆਂ ਵਾਸਤੇ ਹੀ, ਹੈ ਨਾ। ਸਾਰਿਆਂ ਵਾਸਤੇ ਇੱਕ ਹੀ ਹੈਗੀ ਉਹਦੇ ਕੋਲ, ਇੱਕ ਪਲਾਨ ਆ, ਇੱਕ ਯੁਕਤੀ ਆ ਸ਼ੈਤਾਨ ਕੋਲ। ਕਿਹਦੇ ਵਾਸਤੇ? ਜਿਹਦੇ ਮਸੀਹ ਦੇ ਵਿੱਚ, ਜਿਨ੍ਹਾਂ ਨੇ ਫੈਸਲਾ ਲਿਆ ਜਿਹੜਾ ਕਿ ਮੈਂ ਚੱਲੂੰਗਾ ਖੁਦਾ ਦੇ ਵਿੱਚ। ਜਿਨ੍ਹਾਂ ਨੇ ਨਹੀਂ ਚੱਲਣਾ ਉਹਨਾਂ ਵਾਸਤੇ ਉਹਦੇ ਕੋਲ ਕੋਈ ਯੁਕਤੀ ਨਹੀਂ ਹੈਗੀ, ਬਿਕੋਜ਼ ਉਹ ਉਹਦੇ ਨਾਲ ਹੀ ਹੈ। ਐਕਚੁਅਲੀ ਅਸੀਂ ਇਸ ਗੱਲ ਤੋਂ ਦੇਖ ਸਕਦੇ ਹਾਂ
ਅਸੀਂ ਖੁਦਾ ਦੇ ਨਾਲ ਆ, ਤੇ ਜਿਹੜਾ ਖੁਦਾ ਦੇ ਨਾਲ ਹੈਗਾ ਆ ਉਹ ਸ਼ੈਤਾਨ ਦੇ ਕੀ ਹੈਗਾ, ਉਹ ਵਿਰੋਧ ਵਿਰੋਧ ਚ ਵਿੱਚ ਆ, ਤੇ ਸ਼ੈਤਾਨ ਉਹਦੇ ਵਿਰੋਧ ਦੇ ਵਿੱਚ ਆ। ਤੇ ਜਿਹੜਾ ਸ਼ੈਤਾਨ ਦੇ ਨਾਲ ਹੈਗਾ ਉਹ ਕਿਹਦੇ ਹੈਗਾ, ਉਲਟ ਉਹ ਖੁਦਾ ਦੇ ਪਰਮੇਸ਼ਵਰ ਦੇ ਵਿਰੋਧ ਵਿਰੋਧ ਦੇ ਚ। ਵਿੱਚ ਹੈਗਾ। ਇਹ ਜਿਹੜੀ ਇਹ ਲੜਾਈ ਹੈਗੀ ਆ, ਅਸੀਂ ਅਗਲੀ ਆਇਤ ਪੜਾਂਗੇ। ਮੈਂ ਚਾਹਾਂਗਾ ਕਿ ਤੁਸੀਂ ਦੇਖੋ ਵੀ ਇਹ ਲੜਾਈ ਕਿੱਥੋਂ ਆਂਦੀ ਆ, ਕਿਹਨਾਂ ਨਾਲ ਹੈਗੀ ਆ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਹਾਂ। ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ। ਹਾਂਜੀ, ਕਾਹਦੇ ਨਾਲ? ਪਹਿਲਾਂ ਹਕੂਮਤਾਂ ਦੇ ਨਾਲ, ਇਖਤਿਆਰਾਂ ਦੇ ਨਾਲ, ਇਖਤਿਆਰਾਂ ਨਾਲ, ਯਾਨੀ ਕਿ ਪਾਵਰਸ ਦੇ ਨਾਲ, ਜਿਹੜਾ ਕੋਈ ਪਾਵਰ ਹੈਗੀ ਆ। ਅੰਧਕੋਰ ਦੇ ਮਹਾਰਾਜਿਆਂ ਦੇ ਨਾਲ, ਹਾਂਜੀ, ਇਹ ਕਿੱਥੋਂ ਹੁੰਦੀ ਹੈ? ਇਹ ਅੱਗੇ, ਦੁਸ਼ਟ ਆਤਮਿਆਂ ਨਾਲ ਹੁੰਦੀ ਹੈ, ਹਾਂਜੀ, ਇਹ ਕਿੱਥੇ ਰਹਿੰਦੇ ਆ? ਜੋ ਸਵਰਗੀ ਥਾਵਾਂ ਵਿੱਚ ਹਨ। ਦੈਟਸ ਇਟ। ਅਸੀਂ ਇਸ ਗੱਲ ਨੂੰ ਸਮਝਣਾ ਵੀ ਰਹਿੰਦੇ ਕਿੱਥੇ ਆ ਇਹ। ਜਿੰਨੀ ਵੀ ਦੁਨੀਆ ਦਾ ਕੰਟਰੋਲ ਹੈਗਾ ਆ, ਜਿੰਨੀ ਵੀ ਦੁਨੀਆ ਦੀ ਗੱਲ ਹੈਗੀ, ਉਹ ਸਾਰਾ ਕੰਟਰੋਲ ਸ਼ੈਤਾਨ ਦੇ ਕੋਲ ਹੈ। ਪਹਿਲੀ ਗੱਲ ਯਾਦ ਰੱਖਿਓ ਇਸ ਗੱਲ ਨੂੰ, ਠੀਕ ਹੈ ਜੀ। ਸਾਰਾ ਕੰਟਰੋਲ ਕਿਹਦੇ ਕੋਲ ਹੈਗਾ ਆ? ਦੁਸ਼ਟ ਦੇ ਕੋਲ। ਦੁਸ਼ਟ ਦੇ ਕੋਲ ਹੈ ਕੰਟਰੋਲ ਸਾਰਾ। ਇਹ ਜਿਹੜੀ ਸ਼ਕਤੀ ਹੈਗੀ ਆ, ਸ਼ੈਤਾਨੀ ਸ਼ਕਤੀ ਹੈਗੀ ਹੈ, ਇਹ ਅਸਮਾਨ ਦੇ ਵਿੱਚ ਰਹਿੰਦੀ ਆ ਔਰ ਇਹ ਧਰਤੀ ਤੇ ਕੰਟਰੋਲ ਕਰਦੀ ਆ। ਹੁਣ ਦੱਸੋ ਕਿੱਦਾਂ? ਉਹ ਇਦਾਂ ਕਰਦੀ ਕੰਟਰੋਲ, ਜਿਹੜੀਆਂ ਸਰਕਾਰਾਂ ਹੈਗੀਆਂ, ਹਕੂਮਤਾਂ ਹੈਗੀਆਂ, ਉਹਨਾਂ ਦੇ ਵਿੱਚ ਦੁਸ਼ਟ ਆਤਮਾ ਕੰਮ ਕਰਦਾ ਹੈ। ਜਾ ਕੇ ਉਹ ਇੱਕ ਚੀਜ਼ਾਂ ਬਣਾਉਂਦੇ ਦੁਨੀਆ ਉੱਪਰ, ਕਈ ਲਾਅ ਬਣਾਉਂਦੇ ਆ, ਠੀਕ ਹੈ ਜੀ। ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਦੁਨੀਆ ਦੇ ਉੱਪਰ ਕੰਟਰੋਲ ਲੈ ਕੇ ਆਉਂਦੇ, ਕੰਟਰੋਲ, ਠੀਕ ਹੈ ਜੀ। ਤੁਹਾਨੂੰ ਮੈਂ ਛੋਟੀ ਤੁਹਾਨੂੰ ਮੈਂ ਐਗਜ਼ਾਮਪਲ ਦਊਂਗਾ ਅੱਜ ਮੈਂ। ਹੁਣ ਇੱਕ ਨਵੀਂ ਚੀਜ਼ ਆ ਰਹੀ ਆ, ਉਹ ਹੈਗੀ ਆ ਇੱਕ ਇਹੋ ਜਿਹਾ ਸ਼ੈਤਾਨ ਪਰਮੇਸ਼ਵਰ ਦੇ ਬਰਾਬਰ ਇੱਕ ਇਹੋ ਜਿਹਾ ਵਰਲਡ ਖੜਾ ਕਰਨ ਲੱਗਾ, ਵਰਲਡ ਜਿਹਨੂੰ ਕਹਿੰਦੇ ਅਸੀਂ ਵਰਚੁਅਲ ਰਿਐਲਿਟੀ। ਹਾਂਜੀ, ਕੀ ਹੈਗੀ ਆ ਉਹ? ਵਰਚੁਅਲ ਰਿਐਲਿਟੀ। ਵਰਚੁਅਲ ਰਿਐਲਿਟੀ ਖੜੀ ਕਰ ਰਿਹਾ ਉਹ, ਪੈਰਲਰ ਪ੍ਰਭੂ ਦੇ, ਜਿਹੜਾ ਜੋ ਪ੍ਰਭੂ ਨੇ ਰਾਜ ਹੈਗਾ ਉਹਦੇ ਪੈਰਲਰ ਖੜਾ ਕਰ ਰਿਹਾ। ਉਹ ਚ ਕੀ ਹੋਊਗਾ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਤੁਸੀਂ ਮਰੇ ਲੋਕਾਂ ਨੂੰ, ਠੀਕ ਹੈ ਜੀ, ਫੇਸਬੁੱਕ ਨੇ ਸ਼ੁਰੂ ਕਰ ਦਿੱਤਾ, ਉਹਦਾ ਨਾਮ ਹੈਗਾ ਮੇਟਾ ਸ਼ੁਰੂ ਕਰਤਾ। ਮੇਟਾ ਮਤਲਬ ਕਿ ਮਰੇ ਹੋਏ ਨੂੰ ਜਗਾਉਣਾ, ਮਤਲਬ ਜਿਹੜਾ ਮਰਿਆ ਹੋਇਆ, ਡੈਡ, ਉਹਨੂੰ ਲੈ ਕੇ ਉਹਦਾ ਨਾਮ ਲਿਖਿਆ ਮੈਟਾ ਮੀਨਸ ਡੈਥ ਐਕਚੁਅਲੀ। ਉਹ ਚ ਕੀ ਹੋਊਗਾ, ਤੁਸੀਂ ਆਪਣੇ ਤੇ ਤੁਸੀਂ ਇੰਟਰਨੈਟ ਦੇ ਉੱਪਰ ਤੇ ਤੁਸੀਂ ਜਗ੍ਹਾ ਖਰੀਦ ਸਕਦੇ ਕਿਸੇ ਵੀ ਪੂਰੇ ਵਰਲਡ ਦੇ ਵਿੱਚ। ਹੁਣ ਉਹ ਫੇਕ ਆ, ਲੇਕਿਨ ਲੋਕਾਂ ਨੇ ਪੈਸੇ ਅਸਲੀ ਦੇਣੇ ਉਹਨਾਂ ਨੂੰ। ਤੇ ਤੁਸੀਂ ਡਰੈਸ ਬਾਏ ਕਰ ਸਕਦੇ ਆ ਉਹਦੇ ਵਿੱਚ ਇੰਟਰਨੈਟ ਦੇ ਉੱਪਰ, ਠੀਕ ਹੈ ਜੀ। ਫਿਰ ਤੁਸੀਂ ਇਹੋ ਜਿਹੇ ਤੁਸੀਂ ਤੁਹਾਡੀ ਸਾਰੀ ਡਿਟੇਲ ਲੈ ਲੈਣੀ, ਜਿੱਦਾਂ ਅੱਜ ਕੱਲ੍ਹ ਫੋਨਾਂ ਦੇ ਉੱਪਰ ਜਿਹੜੇ ਕੈਮਰੇ ਅੱਗੇ ਹੈਗੇ ਉਹ ਸਾਰੀ ਤੁਹਾਡੀ ਕੈਪਚਰ ਕਰ ਰਹੇ, ਤੁਹਾਡਾ ਡਾਟਾ ਕਲੈਕਟ ਕਰ ਰਹੇ ਆ। ਉਹ ਤੁਹਾਨੂੰ ਪਤਾ ਜਦੋਂ ਅਸੀਂ ਕਿਤੇ ਜਾਂਦੇ ਆ ਕਿਉਂ ਦਿਖਾਉਂਦਾ ਹੋ ਕਿ ਹਾਂ ਤੁਸੀਂ ਉਹਦੇ ਘਰ ਜਾ ਰਹੇ ਆ, ਟਾਈਮ ਦੇ ਉੱਪਰ ਆ ਜਾਂਦਾ, ਉਹਦੇ ਉੱਪਰ ਮੈਪਸ ਦੇ ਉੱਪਰ ਤੁਹਾਡਾ ਹਰੇਕ ਉਹ ਮੂਮੈਂਟ ਉਹ ਤੁਹਾਡਾ ਰਿਕਾਰਡ ਕਰ ਰਿਹਾ ਵੀ ਇੰਨੇ ਵਜੇ ਬੰਦਾ ਇੱਥੇ ਗਿਆ, ਇੰਨੇ ਵਜੇ ਇੱਥੋਂ ਗਿਆ। ਉਹ ਸਾਰਾ ਕੰਟਰੋਲ ਕਰ ਰਹੇ ਆ ਹੌਲੀ ਸਾਰੇ ATM ਬੰਦ ਹੋ ਰਹੇ ਆ। ਜਿਹੜੀ ਪੈਸਾ ਹੈਗਾ ਉਹਨੂੰ ਸਾਰੇ ਪੈਸੇ ਨੂੰ, ਜਿਹੜਾ ਅਸਲੀ ਪੈਸਾ ਹੈਗਾ ਉਹਨੂੰ ਖਤਮ ਕਰ ਰਹੇ ਆ। ਉਹ ਪੈਸੇ ਨੂੰ ਕੀ ਕਰ ਰਹੇ ਆ, ਉਹਨੂੰ ਪੈਸੇ ਨੂੰ ਇੱਕ ਇਹੋ ਜਿਹੀ ਕਰੰਸੀ ਬਣਾਉਂਦੇ ਜਿਹਨੂੰ ਕਹਿੰਦੇ ਅਸੀਂ ਡਿਜੀਟਲ ਕਰੰਸੀ। ਅੱਜ ਅਸੀਂ ਕੀ ਕਰਦੇ ਆ, ਮੈਂ ਪੈਸੇ ਪਾਣੇ ਹੁਣ ਮੈਂ ਕਰਦਾ ਨੰਬਰ ਪਾਣਾ ਆ, ਨੰਬਰ ਹੀ ਖਾਲੀ, ਮੈਂ ਨੰਬਰ ਟਾਈਪ ਕੀਤਾ, $500 ਉਹਦੇ ਅਕਾਊਂਟ ਚਲਾ ਗਿਆ। ਉਹਨੇ ਨੰਬਰ ਕਾਊਂਟ ਕੀਤਾ, ਉਹਨੇ ਨੰਬਰ ਪਾਇਆ ਮੇਰੇ ਵਿੱਚ, ਉਹ ਪੈਸੇ ਇੱਧਰ ਆ ਗਏ। ਅਸਲੀ ਪੈਸਾ ਕਿੱਥੇ ਆ? ਅਸਲੀ ਪੈਸਾ ਕਿਤੇ ਨਹੀਂ ਹੈਗਾ, ਅਸਲੀ ਪੈਸਾ ਖਾਲੀ ਨੰਬਰਾਂ 'ਚ ਰਹਿ ਗਿਆ। ਇੱਦਾਂ ਕਰਕੇ ਇੱਕ ਨਵਾਂ ਵਰਲਡ ਜਿਹੜਾ ਸ਼ੈਤਾਨ ਤਿਆਰ ਕਰ ਰਿਹਾ, ਉਹਨੂੰ ਕਹਿੰਦੇ ਹੈਗੇ ਆ ਜਿਹੜਾ ਇੱਕ ਵਰਚੁਅਲ ਰਿਐਲਿਟੀ, ਜਿਹੜੀਆਂ ਚੀਜ਼ਾਂ ਹੈ ਨਹੀਂ ਲੇਕਿਨ ਤੁਸੀਂ ਉਹ ਚੀਜ਼ਾਂ ਦੇਖੋਗੇ, ਠੀਕ ਹੈ ਜੀ। ਲੋਕੀ ਵਿਆਹ ਕਰਾਉਣਗੇ ਉਹਦੇ ਉੱਪਰ, ਠੀਕ ਹੈ ਜੀ। ਉਹ ਜਿੱਦਾਂ ਜਿਹੜਾ ਹੁਣ ਸਾਇੰਸ ਉਹ ਇੱਦਾਂ ਕਹਿੰਦੇ ਕਿ ਅਸੀਂ ਇਹਨੂੰ ਲੈ ਕੇ ਆਉਣਾ ਕਿ ਜਿਹੜਾ ਬੰਦਾ ਮਰ ਗਿਆ, ਮਤਲਬ ਤੁਹਾਡੀ ਕੋਈ ਮਾਂ ਜਾਂ ਬਾਪ ਮਰ ਗਿਆ, ਤੁਸੀਂ ਉਹਨੂੰ ਇੰਟਰਨੈਟ ਰਾਹੀਂ ਤੁਸੀਂ ਉਹਨਾਂ ਗੱਲਾਂ ਬਾਤਾਂ ਕਰੋਗੇ। ਇਹ ਸੇਮ ਟੂ ਸੇਮ ਬਲੈਕ ਮੈਜਿਕ ਦੇ ਮਤਲਬ ਬਰਾਬਰ ਹੈ। ਇਹ ਬਾਈਬਲ ਇਹਨੂੰ ਬਲੈਕ ਮੈਜਿਕ ਕਹਿੰਦੀ ਇਹਨੂੰ। ਪੜ੍ਹੇ ਲਿਖੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕੀਤਾ ਜਾਊਗਾ, ਲੇਕਿਨ ਜਿਹੜੇ ਮਸੀਹ ਹੈਗੇ ਉਹਨਾਂ ਵਾਸਤੇ ਕੀ ਕਹਿੰਦਾ ਪ੍ਰਭੂ? ਤੁਸੀਂ ਕਹਿੰਦਾ ਪਰਮੇਸ਼ਵਰ ਸਾਰੇ ਕੀ ਪਾ ਲਓ, ਹਥਿਆਰ ਪਾ ਲਓ, ਤੁਸੀਂ ਰੈਡੀ ਹੋ ਜਾਓ। ਉਹ ਹਥਿਆਰਾਂ ਨੂੰ ਅਸੀਂ ਦੇਖਣਾ ਜੀ, ਉਹ ਕਿੱਦਾਂ ਸਾਡੇ ਮਸੀਹ ਲੋਕ ਕਿੱਦਾਂ ਬਚ ਸਕਦੇ ਉਸ ਗੱਲ ਤੋਂ, ਠੀਕ ਹੈ ਜੀ। ਅਸੀਂ ਉਸ ਗੱਲ ਨੂੰ ਅੱਜ ਸਿੱਖਾਂਗੇ, ਅੱਜ ਇਸ ਗੱਲ ਨੂੰ। ਹੁਣ ਇਹ ਜਿਹੜੀ ਗੱਲ ਹੈਗੀ ਆ, ਅਸੀਂ ਜਾਵਾਂਗੇ ਦੂਸਰਾ ਕੁਰਿੰਥੀਆਂ ਉਹਦੀ 10:4 ਪੜਾਂਗੇ ਅਸੀਂ। ਦੂਜਾ ਕੁਰਿੰਥੀਆਂ 10 ਅਧਿਆਏ ਉਹਦੀ 4 ਬਾਬ। ਹਾਂਜੀ, ਪਹਿਲੀ ਗੱਲ ਅਸੀਂ ਇਹ ਸਿੱਖਣੀ ਆ ਕਿ ਜਿਹੜੀ ਸਾਡੀ ਲੜਾਈ ਹੈਗੀ ਆ, ਇਹ ਸਾਡੀ ਕਿਸੇ ਬੰਦੇ ਦੇ ਨਾਲ ਜਾਂ ਕਿਸੇ ਪਰਟੀਕੂਲਰ ਮਤਲਬ ਕਿ ਮਾਸ ਜਾਂ ਲਓ, ਮਤਲਬ ਕਿ ਕਿਸੇ ਇਨਸਾਨ ਦੇ ਨਾਲ ਨਹੀਂ ਹੈਗੀ। ਅਸੀਂ ਇਸ ਗੱਲ ਨੂੰ ਕਨਫਰਮ ਕਰਦੇ ਇੱਥੇ। हाँ जी पढ़िए। क्योंकि हमारी लड़ाई के हथियार शारीरिक नहीं, पर गढ़ों को ढा देने के लिए परमेश्वर के द्वारा सामर्थी हैं। सो हम कल्पनाओं को और हर एक ऊंची बात को जो परमेश्वर की पहचान के विरोध में उठती है खंडन करते हैं और हर एक भावना को कैद करके मसीह का आज्ञाकारी बना देते हैं। प्रेज द लॉर्ड, हालेलुया।
ਹੁਣ ਇੱਥੇ ਇਹ ਗੱਲ ਕਨਫਰਮ ਹੁੰਦੀ ਆ ਕਿ ਜਿਹੜੇ ਸਾਡੇ ਹਥਿਆਰ ਜਿਹੜੇ ਹਥਿਆਰਾਂ ਦਾ ਪਰਮੇਸ਼ਵਰ ਗੱਲ ਕਰਦਾ, ਤੁਸੀਂ ਕਹਿੰਦੇ ਪਰਮੇਸ਼ਵਰ ਦੇ ਹਥਿਆਰ ਪਾ ਲਓ, ਕਹਿੰਦਾ ਉਹ ਹਥਿਆਰ ਕੀ ਨਹੀਂ ਹੈਗੇ, ਉਹ संसारिक शारीरिक नहीं है। ਉਹ ਹਥਿਆਰ ਜਿੱਦਾਂ ਕੋਈ ਤਲਵਾਰ ਜਾਂ ਕੋਈ ਬੰਦੂਕ ਨਹੀਂ ਹੈਗੀ, ਉਹ ਜਾਂ ਕੋਈ AK-47 ਜਾਂ ਕੋਈ ਬੰਬ ਨਹੀਂ ਹੈਗਾ, ਉਹ ਹਥਿਆਰ ਗੜਾਂ ਨੂੰ ਢਾਣਾ। ਗੜ ਕੀ ਹੁੰਦਾ ਭਲਾ? ਗੜ ਪਤਾ ਕੀ ਹੁੰਦਾ ਹੈ? ਗੜ ਹੁੰਦਾ ਇੱਕ ਸਟਰੋਂਗ ਫਾਊਂਡੇਸ਼ਨ, ਇੱਕ ਸਟਰੋਂਗ ਚੀਜ਼ ਜਿਹੜਾ ਹੋਲਡ ਹੁੰਦਾ, ਉਹ ਇੱਕ ਸਟਰੋਂਗ ਹੋਲਡ ਆ। ਉਹ ਸਟਰੋਂਗ ਹੋਲਡ ਤੁਹਾਡੇ ਜੀਵਨ 'ਚ ਕਈ ਤਰੀਕੇ ਨਾਲ ਹੋ ਸਕਦਾ ਆ। ਜਿਹੜੇ ਤੁਹਾਨੂੰ ਮੈਂ ਗੱਲ ਕੀਤੀ ਹੈ, ਉਹ ਸਟਰੋਂਗ ਹੋਲਡ ਬਣਾਇਆ ਜਾ ਰਿਹਾ ਦੁਨੀਆ ਉੱਪਰ। ਇੱਕ ਇਹੋ ਜਿਹੀ ਸੋਚ ਦਿੱਤੀ ਜਾ ਰਹੀ ਆ, ਇੱਕ ਇਹੋ ਜਿਹਾ ਗੜ ਬਣਾਇਆ ਜਾ ਰਿਹਾ ਕਿ ਜਿਨ੍ਹਾਂ ਵਿੱਚ ਮਸੀਹ ਲੋਕਾਂ ਨੇ ਵੀ ਇਹਨਾਂ ਗੱਲਾਂ ਨੂੰ ਕਰਨਾ ਆ। ਲੇਕਿਨ ਜਿਹੜੇ ਵਚਨ ਨੂੰ ਜਾਣੋਗੇ, ਜਿਹੜੇ ਵਚਨ ਨੂੰ ਜਾਣਦੇ ਹੋਗੇ, ਉਹਨਾਂ ਨੇ ਬਚ ਜਾਣਾ। ਜਿਹੜੇ ਵਚਨ ਨੂੰ ਨਹੀਂ ਜਾਣਦੇ ਹੋਗੇ, ਉਹਨਾਂ ਲੋਕਾਂ ਨੇ ਉਹਦੇ ਵਿੱਚ ਫਸਣਾ ਉਹਦੇ, ਕਿਉਂਕਿ ਬਾਈਬਲ ਦੱਸਦੀ ਹੈ ਵਾਲੀ ਗੱਲ ਨੂੰ। ਹਾਲੇਲੂਇਆ। ਉਹ ਕਹਿੰਦਾ ਕਿ ਜਿਹੜੇ ਸਾਡੇ ਹਥਿਆਰ ਜਿਹੜਾ ਸਾਨੂੰ ਪ੍ਰਭੂ ਦਿੰਦਾ ਪਿਆ ਨਾ, ਉਹ ਕਹਿੰਦਾ ਪਰਮੇਸ਼ਵਰ ਦੇ ਵੱਲੋਂ ਸਾਮਰਥੀ ਹਥਿਆਰ ਆ। ਉਹਦੇ ਵਿੱਚ ਪਰਮੇਸ਼ਵਰ ਦੀ ਸਾਮਰਥ ਕੰਮ ਕਰਦੀ ਹੈ, ਨਾ ਕਿ ਇਨਸਾਨੀ ਸਾਮਰਥ। ਲੇਕਿਨ ਜਿਹੜਾ ਸਾਨੂੰ ਹਥਿਆਰ ਦਿੱਤੇ, ਅਸੀਂ AK-47 ਲੈ ਕੇ ਨਹੀਂ ਜਾਣੀ ਹੈਗੀ। ਅਸੀਂ ਅੱਜ ਮੈਂ ਤੁਹਾਨੂੰ ਦਿਖਾਊਂਗਾ ਹੌਲੀ ਕਰਕੇ ਕਿ ਔਰ ਕੀ ਕਰਨਾ ਉਹਦੇ ਵਿੱਚ। ਕਹਿੰਦੇ ਹਰੇਕ ਉਸ ਕਲਪਨਾ ਨੂੰ, ਜਿੰਨੀਆਂ ਗੱਲਾਂ ਬਾਈਬਲ ਦੇ ਖਿਲਾਫ ਹੈਗੀਆਂ, ਜਿਹੜੇ ਕਾਲਪਨਿਕ ਗੱਲਾਂ ਹੈਗੀਆਂ, ਕਾਲਪਨਿਕ, ਕਿਸੇ ਦੇ ਪਿਓ ਮਰ ਗਿਆ, ਉਹਨੇ ਡਾਇਲ ਕੀਤਾ ਇਦਾਂ, ਉਹ ਪਿਓ ਆ ਗਿਆ ਸਾਹਮਣੇ ਉਹਦਾ। ਇਹ ਕੀ ਹੈਗਾ ਦੱਸੋ ਭਲਾ? ਇਹ ਪੁਰਾਣੇ ਸਮੇਂ 'ਚ ਹੁੰਦਾ ਸੀ ਇਦਾਂ ਦਾ ਕਿ ਉਹ ਪੁਰਾਣੇ ਸਮੇਂ 'ਚ ਕੀ ਕਰਦੇ ਸੀਗੇ, ਉਹ ਜਿਹੜੇ ਲੋਕ ਨਾ ਮਰ ਜਾਂਦੇ ਸੀ, ਉਹਨਾਂ ਦੀਆਂ ਰੂਹਾਂ ਨੂੰ ਬੁਲਾਉਂਦੇ ਸੀਗੇ। ਓਝਿਆਂ ਨਾਲ, ਜਾਦੂਗਰਾਂ ਦੇ ਨਾਲ, ਜਿਹੜੇ ਓਝੇ ਹੁੰਦੇ ਸੀਗੇ, ਬਾਈਬਲ ਦੱਸਦੀ ਇਸ ਗੱਲ ਨੂੰ, ਤਾਂਤਰਿਕ ਜਿਹੜੇ ਹੁੰਦੇ ਸੀਗੇ, ਉਹਨਾਂ ਨਾਲ ਕਹਿੰਦੇ ਇਹਨਾਂ ਰੂਹਾਂ ਨੂੰ ਬੁਲਾਓ ਤੇ ਕਹਿੰਦੇ ਇਹਨਾਂ ਨਾਲ ਗੱਲਾਂ ਕਰੋ। ਔਰ ਇਹ ਹੁੰਦਾ ਸੀਗਾ, ਔਰ ਅੱਜ ਵੀ ਹੁੰਦਾ। ਇਹ ਮੇਰੀ ਇੱਕ ਫਰੈਂਡ ਹੈਗੀ ਆ, ਉਹ ਆਪਣੇ ਮਰੇ ਭਰਾ ਨੂੰ ਮਿਲਦੀ ਹੈ ਰੋਜ਼, ਇੱਥੇ ਹੀ ਆ ਮੈਲਬਨ ਦੇ ਵਿੱਚ। ਉਹਨਾਂ ਗੱਲਾਂ ਕਰਦੀ ਆ ਉਹ। ਠੀਕ ਹੈ ਜੀ। ਅਸੀਂ ਉਹਨੂੰ ਸਮਝਾਇਆ, ਮੈਂ ਕਿਹਾ ਬਹੁਤ ਖਤਰਨਾਕ ਕੰਮ ਜੋ ਕਰਦੀ ਪਈ, ਤੈਨੂੰ ਛੱਡ ਦੇ। ਕਹਿੰਦੀ ਮੈਂ ਤਾਂ ਇੱਦਾਂ ਦੇ ਕੰਮ 'ਚ ਪਹੁੰਚ ਗਈ ਹਾਂ। ਇਹਨੂੰ ਕਹਿੰਦੇ ਕਲਟ। ਇਹ ਕਲਟ ਹੈਗੀ, ਇਹ ਕਲਟ ਦੀ ਦੁਸ਼ਟ ਆਤਮਾ ਹੁੰਦੀ ਹੈ। ਇਹ ਅਸੀਂ ਉਹਨੂੰ ਸਮਝਾ ਚੁੱਕੇ ਹਾਂ, ਪਰ ਉਹ ਨਹੀਂ ਸਮਝਦੀ। ਔਰ ਅਸੀਂ ਦੱਸ ਚੁੱਕੇ, ਮੈਂ ਕਿਹਾ ਤੂੰ ਬਹੁਤ ਵੱਡੇ ਖਤਰੇ ਦੇ ਵਿੱਚ ਆ। ਤੇ ਇਹ ਹੁਣ ਉਹਦੀ ਇੱਛਾ ਆ ਕਿ ਉਹਨੇ ਇਸ ਗੱਲ ਨਹੀਂ ਛੱਡਣਾ। ਇੱਦਾਂ ਹੀ ਇਹ ਜਿਹੜੀ ਦੁਨੀਆ ਹੈਗੀ ਆ, ਇਹ ਕਾਲਪਨਿਕ ਜਿਹੜੀਆਂ ਗੱਲਾਂ ਹੈਗੀਆਂ, ਜਿਹੜੀਆਂ ਗੱਲਾਂ ਹੈ ਨਹੀਂ ਆ, ਠੀਕ ਆ, ਜਿਹਨੂੰ ਕਾਲੇ ਜਾਦੂ ਨਾਲ, ਉਹਨੂੰ ਗਲਤ ਵਹਿਮਾਂ ਦੇ ਨਾਲ, ਭਰਮਾਂ ਦੇ ਨਾਲ। ਲੇਕਿਨ ਪ੍ਰਭੂ ਦਾ ਵਚਨ ਕੀ ਕਹਿੰਦਾ ਆ? ਕਹਿੰਦਾ ਜਿਹੜਾ ਮਸੀਹ ਬੰਦਾ ਹੈਗਾ, ਉਹ ਕੀ ਕਰੂਗਾ? ਹਰੇਕ ਉਸ ਕਲਪਨਾ ਨੂੰ, ਹਰੇਕ ਉਸ ਉੱਚੀ ਗੱਲ ਨੂੰ ਕਿੱਥੇ ਲੈ ਕੇ ਆਊਗਾ ਪਤਾ? ਉਹ ਮਸੀਹ ਦੇ ਅਧੀਨਗੀ 'ਚ ਲੈ ਕੇ ਆਊਗਾ। ਵੀ ਮੈਂ ਇਸ ਗੱਲ ਨੂੰ ਖਾਰਿਜ ਕਰਦਾ ਹਾਂ, ਆਈ ਕੈਂਸਲ ਦਿਸ ਥਿੰਗ। ਇਹ ਵਿਚਾਰ ਨੂੰ ਮੈਂ ਖਾਰਿਜ ਕੀਤਾ। ਇਹ ਵਿਚਾਰ ਕਿੱਥੇ ਪੈਦਾ ਹੁੰਦਾ? ਕਲਪਨਾ ਉਹ ਤੁਹਾਡੇ ਇੱਥੇ ਕੰਮ ਕਰਦੀ ਹੈ। ਐਕਚੁਅਲੀ ਉਹ ਤੁਹਾਡੇ ਇੱਥੇ ਕੰਮ ਕਰਦੀ। ਅਸੀਂ ਇਹਨਾਂ ਗੱਲਾਂ ਦਾ ਕੀ ਕਰਨਾ ਹੈ? ਅਸੀਂ ਖੰਡਨ ਕਰਨਾ। ਖੰਡਨ ਮੀਨਸ ਅਸੀਂ ਉਹਨੂੰ ਖਾਰਿਜ ਕਰਨਾ ਹੈ, ਅਸੀਂ ਉਹ ਨਕਾਰਨਾ ਕਿ ਅਸੀਂ ਨਹੀਂ ਇਸ ਗੱਲ ਨਾਲ ਸਹਿਮਤ ਹੈਗੇ, ਅਸੀਂ ਨਹੀਂ ਬਿਲੀਵ ਕਰਦੇ ਇਹਨਾਂ ਗੱਲਾਂ ਦੇ ਉੱਪਰ। ਅਸੀਂ ਸਿਰਫ ਮਸੀਹ ਦੇ ਵਚਨ ਦੇ ਉੱਪਰ ਬਿਲੀਵ ਕਰਨਾ। ਹਾਲੇਲੂਇਆ। ਅਸੀਂ ਪੜੋ ਇਸ ਕੰਮ ਨੂੰ। ਤੂੰ पढ़ हिंदी में पढ़ जाना। क्योंकि हमारी लड़ाई के हथियार शारीरिक नहीं, पर गढ़ों को ढा देने के लिए परमेश्वर के द्वारा सामर्थी हैं। सो हम कल्पनाओं को और हर एक ऊंची बात को जो परमेश्वर की पहचान के विरोध में उठती है खंडन करते हैं। देखिए कहते हर एक ऊंची बात को, ऊंची बात मतलब कि वो इदा पैरेलल एक वर्ल्ड खड़ा कर रहे हैं। कहते कि वो लोग कहना कि परमेश्वर है ही नहीं। ਇਹ ਕੀ ਹੈਗਾ ਭਲਾ? ਇਹ ਪਰਮੇਸ਼ਵਰ ਦੇ ਵਿਰੋਧ ਦੇ ਵਿੱਚ ਹੈ। ਉਹ ਕਹਿੰਦੇ ਕਿ ਅਸੀਂ ਇਸ ਗੱਲ ਨੂੰ ਅਸੀਂ ਕੀ ਕਰਨਾ ਹੈ? ਮਸੀਹ ਕੀ ਕਹਿੰਦਾ ਪਿਆ ਇੱਥੇ? और हर एक भावना को कैद करके मसीह का आज्ञाकारी बना देते हैं। सो हम कल्पनाओं को और हर एक ऊंची बात को जो परमेश्वर की पहचान के विरोध में उठती है खंडन करते हैं। एक मिनट। कहते परमेश्वर की पहचान के विरोध में ਅਸੀਂ ਪਹਿਚਾਨ ਲਿਆ ਕਿ ਇੱਕ ਪਰਮੇਸ਼ਵਰ ਹੈਗਾ ਹੈ ਜਿਹਨੇ ਧਰਤੀ ਆਕਾਸ਼ ਨੂੰ ਬਣਾਇਆ ਹੈ। ਉਹਨੇ ਆਪਣੇ ਬੇਟੇ ਨੂੰ ਭੇਜਿਆ ਹੈ ਜਿਹਦੇ ਰਾਹੀਂ ਸਾਨੂੰ ਕੀ ਮਿਲੀ ਆ? ਸਾਨੂੰ ਮੁਕਤੀ ਮਿਲੀ। ਮਸੀਹ ਲੋਕ ਸਾਨੂੰ ਸ਼ਿਫਾ ਮਿਲੀ ਹੈ। ਤੁਹਾਡੇ ਜੀਵਨ 'ਚ ਪ੍ਰਭੂ ਨੇ ਕੰਮ ਕੀਤਾ, ਮੇਰੇ ਜੀਵਨ 'ਚ ਖੁਦਾ ਨੇ ਕੰਮ ਕੀਤਾ, ਸਾਡੀ ਇੱਥੇ ਆਂਟੀਆਂ ਬੈਠੀਆਂ, ਭੈਣਾਂ ਬੈਠੀਆਂ, ਇਹਦੇ ਜੀਵਨ 'ਚ ਕੰਮ ਕੀਤਾ। ਇਹ ਦੁਨੀਆ 'ਚ ਕਿੰਨੇ ਲੱਖਾਂ ਲੋਕ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਖੁਦਾ ਨੇ ਕੰਮ ਕੀਤਾ ਹੈ। ਇਹ ਜਿਹੜੀ ਗੱਲ ਹੈਗੀ ਆ, ਕਹਿੰਦਾ ਅਸੀਂ ਉਹਦੇ ਪਰਮੇਸ਼ਵਰ ਦੀ ਪਹਿਚਾਨ ਦੇ ਵਿਰੋਧ ਵਿੱਚ ਹੈ। ਇਹ ਉਹ ਕਹਿੰਦੇ ਕਿ ਪਰਮੇਸ਼ਵਰ ਹੈ ਨਹੀਂ। ਉਹ ਕਹਿੰਦੇ ਇਦਾਂ ਦੀ ਗੱਲ ਜਿਹੜੀ ਹੈਗੀ ਆ, ਅਸੀਂ ਉਹਦਾ ਕੀ ਕਰਦੇ ਹਾਂ? खंडन करते हैं। खंडन मीन्स कि ਅਸੀਂ ਰੱਦ ਕਰਦੇ ਇਸ ਗੱਲ ਨੂੰ। ਅੱਗੇ और हर एक भावना को कैद करके मसीह का आज्ञाकारी बना देते हैं। ਕਹਿੰਦੇ ਹਰੇਕ ਭਾਵਨਾ ਕੋ ਕੈਦ ਕਰਨਾ ਸੀ। ਭਾਵਨਾ ਨੂੰ, ਜਿਹੜੀ ਭਾਵਨਾ ਸਾਡੇ ਜੀਵਨ ਦੇ ਵਿੱਚ ਦਿਲ 'ਚ ਪੈਦਾ ਹੁੰਦੀ ਹੈ, ਅਸੀਂ ਉਸ ਭਾਵਨਾ ਨੂੰ ਕੈਦ ਕਰਕੇ ਯੀਸ਼ੂ ਮਸੀਹ ਦੇ ਸਬਮਿਸ਼ਨ ਵਿੱਚ ਲੈ ਕੇ ਆਣਾ ਹੈ। ਕਿ ਇਹ ਪੈਰਾਂ ਵਿੱਚ ਪ੍ਰਭੂ ਨੇ ਕੀ ਕਿਹਾ ਸੀਗਾ? ਪ੍ਰਭੂ ਨੇ ਸ਼ੈਤਾਨ ਨੂੰ ਕੀ ਕੀਤਾ ਸੀ ਭਲਾ? ਉਹਨੇ ਉਹਨੂੰ ਆਪਣੇ ਪੈਰਾਂ ਥੱਲੇ ਉਹਨੂੰ ਕੁਚਲਿਆ ਆ। ਅੱਜ ਅਸੀਂ ਵੀ ਉਹੀ ਕਰਨਾ। ਅਸੀਂ ਸ਼ੈਤਾਨੀ ਗੱਲਾਂ ਨੂੰ ਆਪਣੇ ਪੈਰਾਂ ਥੱਲੇ ਕੁਚਲਣਾ ਆ। ਕਿਉਂਕਿ ਵਚਨ ਦੱਸਦਾ, ਮੈਥਿਊ 'ਚ ਲਿਖਿਆ ਹੈ ਕਿ ਮੈਂ ਤੁਹਾਨੂੰ ਸੱਪਾਂ ਦੇ ਉੱਪਰ ਤੇ ਬਿੱਛੂਆਂ ਦੇ ਉੱਪਰ ਕੀ ਕੀਤਾ ਭਲਾ? ਮੈਂ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਰੌਂਦਣ ਮੀਨਸ ਕਿ ਕੁਚਲਣ ਦਾ ਅਧਿਕਾਰ ਦਿੱਤਾ ਹੈ। ਤੁਹਾਨੂੰ ਕਹਿੰਦਾ ਮੈਂ ਰੌਂਦਣ ਦਾ ਅਧਿਕਾਰ ਦਿੱਤਾ ਹੋਇਆ ਹੈ। ਅਸੀਂ ਅੱਜ ਆਪਣੇ ਉਸ ਅਧਿਕਾਰ ਨੂੰ ਦੇਖਣਾ ਕਿ ਸਾਡੇ ਕੋਲ ਅਧਿਕਾਰ ਹੈਗਾ ਭਲਾ। ਹਾਲੇਲੂਇਆ। ਤੁਹਾਨੂੰ ਸਮਝ ਆਈ ਗੱਲ? ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦਾ ਨਾਮ ਕੀ? ਜੈ। ਹਾਲੇਲੂਇਆ। ਥੋੜਾ ਜਿਹਾ ਜੋਸ਼ ਦਿਖਾਓ ਯਾਰ ਮੈਨੂੰ ਵੀ।
ਅਸੀਂ ਉਹ ਇੱਕ ਗਾਣਾ ਬੜਾ ਵਧੀਆ ਗਾਉਂਦਾ ਹੁੰਦਾ, ਕਹਿੰਦਾ ਉੱਠ ਸ਼ੈਤਾਨ ਦੇ फट्टे चक दे। ਫੱਟੇ ਚੱਕ ਦੇ। ਅਸੀਂ ਫੱਟੇ ਝੱਕਨੇ ਹੁਣ ਅਸੀਂ। ਆਈਏ ਅਸੀਂ ਪੜਾਂਗੇ, ਅੱਗੇ ਜਾਵਾਂਗੇ ਅਸੀਂ जी ਵਾਪਸ ਜਾਵਾਂਗੇ ਇਫਸੀਆਂ 6 ਉਹਦੀ 11 ਦੇ ਵਿੱਚ ਜਾਵਾਂਗੇ ਅਸੀਂ, 12 ਦੇ ਵਿੱਚ, ਉਸ ਤੋਂ ਪੜਾਂਗੇ ਅਸੀਂ 14 ਤੋਂ ਪੜਾਂਗੇ ਹੁਣ ਬਾਅਦ ਚ। ਇਫਸੀਆਂ 6 ਚੈਪਟਰ ਤੇ ਉਹਦੀ 14 ਤੋਂ ਪੜ੍ਹੀਏ ਜੀ। ਹੁਣ ਤੁਸੀਂ ਧਿਆਨ ਨਾਲ ਸੁਣਨਾ, ਜਿਹੜੇ ਹਥਿਆਰਾਂ ਦੀ ਗੱਲ ਅਸੀਂ ਕਰਦੇ ਪਏ ਹਾਂ ਉਹਨਾਂ 'ਚ ਪਹਿਲਾ ਹਥਿਆਰ ਕੀ ਹੈਗਾ ਹੈ। ਹੁਣ ਅਸੀਂ ਇਹ ਸਿੱਖਿਆ ਕਿ ਸਾਡੇ ਕੋਲ ਹਥਿਆਰ ਹੈਗੇ ਪਰਮੇਸ਼ਵਰ ਦੇ, ਕਿਹੜੇ? ਜਿਹੜੇ ਪਰਮੇਸ਼ਵਰ ਵੱਲੋਂ ਸਮਰਥੀ ਆ ਉਹ, ਠੀਕ ਹੈ ਜੀ। ਔਰ ਹਥਿਆਰ ਉਹ ਕੀ ਨਹੀਂ ਹੈਗੇ, ਉਹ ਹਥਿਆਰ ਸਰੀਰਕ ਨਹੀਂ ਹੈਗੇ, ਉਹ ਹਥਿਆਰ ਆਤਮਿਕ ਹਥਿਆਰ ਆ, ਸਪਿਰਿਚੁਅਲ ਵੈਪਨਸ ਆ ਸਾਡੇ ਕੋਲ। सो सत्य से अपनी कमर कसकर। ਪਹਿਲੀ ਗੱਲ ਸੱਚਾਈ ਨਾਲ ਕਹਿੰਦਾ ਆਪਣੀ ਕੀ ਕਰ ਤੂੰ कमर कस ਆ ले। ਦੇਖੋ, ਤੁਸੀਂ ਮੇਰੇ ਵੱਲ ਦੇਖੋ, ਇੱਧਰ ਆਓ, ਤੁਸੀਂ ਦੇਖੋ ਤਿਆਰੀ ਕਿੱਦਾਂ ਕਰਨੀ ਅਸੀਂ। ਆ ਕਮਰ ਤੇ ਕੱਸਣਾ ਸੀ, ਬੈਲਟ ਆ ਸਾਡੀ ਉਹ, ਇੱਥੇ ਬੈਲਟ ਪਾਣੀ ਅਸੀਂ, ਬੈਲਟ ਨਹੀਂ ਪਾਈ ਅਸੀਂ ਆਹ ਵਾਲੀ, ਅਸੀਂ ਬੈਲਟ ਪਾਣੀ ਕਾਦੀ ਭਲਾ ਕਹਿੰਦੇ ਉਹ सच्चाई दी। ਬੇੜਾ ਤਾਂ ਦੇਖੋ ਅੰਸ਼ੂ, ਸੱਚਾਈ ਦੀ ਬੈਲਟ ਪਾਣੀ ਅਸੀਂ, ਸੱਚਾਈ ਦੀ। ਅਸੀਂ ਕਿੱਦਾਂ ਪਾਵਾਂਗੇ ਸੱਚਾਈ ਦੀ ਬੈਲਟ? ਠੀਕ ਹੈ ਜੋ ਕਹਿੰਦੇ ਤੁਸੀਂ ਉਹਨੂੰ ਕੀ ਕਰੋ, ਤੁਸੀਂ ਉਹਨੂੰ ਟਾਈਟ ਕਰਕੇ ਬੰਨੋ, ਟਾਈਟਨਿੰਗ ਕਰ ਲਓ, ਤੁਸੀਂ ਉਹਨੂੰ ਐਨ ਕੱਸ ਲਓ ਇਹਦਾ ਜ਼ੋਰ ਦੀ, तैयार हो जाओ। ਤੁਸੀਂ ਤਿਆਰ ਹੋ ਜਾਓਗੇ। ਲੈ ਵੀ ਆ ਜਾ ਹੁਣ ਸਾਹਮਣੇ ਜਰਾ ਤੂੰ। ਅਸਲੀ ਲੜਾਈ ਜਿਹੜੀ ਹੈਗੀ ਹੈ ਉਹ ਕਿ ਮੈਂ ਦੇਖਦਾ ਕਿ ਤੂੰ ਮੇਰੇ ਜੀਵਨ 'ਚ ਕਿੱਦਾਂ ਕੰਮ ਕਰਦਾ ਹੈ ਨਾ। ਇਹ ਕਿੱਦਾਂ ਹੋਣਾ ਹੈ? ਜਦੋਂ ਅਸੀਂ ਸੱਚਾਈ ਦਾ ਜੀਵਨ ਅਸੀਂ ਆਪਣੇ ਜੀਵਨ 'ਚ ਰੱਖਣੀ, ਸੱਚਾਈ ਰੱਖਣੀ ਹੈ। ਕਿਉਂ ਸੱਚਾਈ ਰੱਖਣੀ ਹੈ ਤੁਹਾਨੂੰ ਮੈਂ ਪੜ੍ਹਾਊਂਗਾ ਹੁਣੇ। ਅੱਗੇ ਅਗਲੀ ਗੱਲ ਕਿਹੜੀ ਹੈਗੀ ਹੈ? और धार्मिकता की झिलम पहनकर। ਝਿਲਮ ਕੀ ਹੁੰਦੀ? ਝਿਲਮ ਹੁੰਦੀ ਹੈ, ਇਹਨੂੰ ਕਹਿੰਦੇ ਹੈਗੇ ਬ੍ਰੈਸਟ ਪਲੇਟ ਕਹਿੰਦੇ ਆ, ਬ੍ਰੈਸਟ ਪਲੇਟ। जी ਜਦੋਂ ਦੇਖਣਾ ਪੁਰਾਣੇ ਸਮੇਂ ਦੇ ਵਿੱਚ ਨਾ, ਉਹ ਜਦੋਂ ਵੀ ਲੜਾਈ ਲੜਦੇ ਸੀਗੇ ਉਹ ਇੱਥੇ ਇੱਕ ਬ੍ਰੈਸਟ ਪਲੇਟ ਪਾਈ ਸੀ, ਗੋਲ ਜੀ ਇਦਾਂ ਦੀ ਹੁੰਦੀ ਹੈ, ढाल। ਉਹਨੂੰ ਕਹਿੰਦੇ ਢਾਲ। ਇਦਾਂ ਪਾਉਂਦੇ ਸੀ, ਇਦਾਂ ਅੱਗੇ ਉੱਪਰ ਇਦਾਂ ਇਦਾਂ ਨਾ ਜੈਕਟ ਹੀ ਹੁੰਦੀ ਸੀ, ਸ਼ਾਇਦ ਤੁਸੀਂ ਦੇਖੋਗੇ ਇਦਾਂ ਇੱਕ ਜੈਕਟ ਹੁੰਦੀ ਹੈ, ਉਹਨੂੰ ਕਹਿੰਦੇ ਬ੍ਰੈਸਟ ਪਲੇਟ। ਉਹ ਜਿਵੇਂ ਉਹ ਕੋਈ ਤੀਰ ਮਾਰਦੇ ਸੀਗੇ ਜਾਂ ਫਿਰ ਤਲਵਾਰ ਮਾਰਦੇ ਸੀ, ਉਹ ਲੱਗਦਾ ਨਹੀਂ ਸੀ ਇੱਥੇ ਉਹ। ਔਰ ਕਾਦੀ ਭਲਾ ਕਹਿੰਦਾ ਪਿਆ ਉਹ ਇੱਥੇ ਪਾਉਣ ਨੂੰ? ਉਹ धार्मिकता दी। ਧਾਰਮਿਕਤਾ ਦੀ। ਹੁਣ ਧਾਰਮਿਕਤਾ ਮੈਂ ਤੁਹਾਨੂੰ ਇੱਕ ਤੁਹਾਨੂੰ ਪੁਆਇੰਟ ਤੁਹਾਨੂੰ ਅੱਜ ਮੈਂ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰਾਂਗਾ, ਮੈਂ ਤੁਹਾਨੂੰ ਸਮਝਾਵਾਂ ਇੱਕ ਪੁਆਇੰਟ ਕਰਕੇ। ਅਗਲੀ ਗੱਲ ਕੀ ਹੈਗੀ ਆ? और हाँ। पाँवों में मेल के सुसमाचार की तैयारी के जूते पहनकर। ਪੈਰਾਂ 'ਚ ਅਸੀਂ ਬੂਟ ਪਾਣੇ ਆ ਵੱਡੇ ਵੱਡੇ, ਕਾਦੇ ਭਲਾ? ਸੁਸਮਾਚਾਰ ਦੇ, ਗੁੱਡ ਨਿਊਜ਼ ਦੇ, ਠੀਕ ਹੈ ਜੀ। ਅੱਗੇ और उन सब के साथ विश्वास की ढाल लेकर। ਵਿਸ਼ਵਾਸ ਦੀ ਢਾਲ। ਢਾਲ ਪਤਾ ਕੀ ਹੁੰਦੀ? ਹੱਥ ਹੁੰਦਾ ਸੀ ਨਾ ਉਹਨਾਂ ਦੇ ਹੱਥ ਦੇ ਵਿੱਚ ਇੱਕ, ਉਹ ਹੁੰਦੀ ਢਾਲ। ਉਹ ਕਾਦੀ ਭਲਾ? ਫੇਥ ਦੀ ਢਾਲ। ਅੱਗੇ स्थिर रहो ਅੱਗੇ जिससे तुम उस दुष्ट के सब जलते हुए तीरों को बुझाओ। ਦੇਖੋ ਕਿ ਉਹ ਦੇਖੋ, ਧਿਆਨ ਨਾਲ ਸੁਣੋ, ਕਹਿੰਦਾ ਉਹ ਤੁਹਾਨੂੰ ਤੀਰ ਮਾਰਦਾ ਇਦਾਂ, ਇੱਕ ਤੀਰ ਮਾਰਿਆ, ਚੱਲ ਬਈ ਉਹ ਲੱਗਦਾ ਜਾ ਕੇ ਫਿਰ ਮਸੀਹ ਨੂੰ ਫਿਰ ਅੱਗ ਲੱਗਦੀ ਆ, ਉਹ ਫਿਰ ਤੜਫ ਜਾਂਦਾ ਬੁਰੀ ਤਰ੍ਹਾਂ, ਕਿਉਂਕਿ ਉਹਦੇ ਕੋਲ ਕੀ ਨਹੀਂ ਹੈਗੇ, ਉਹਦੇ ਕੋਲ ਹਥਿਆਰ ਨਹੀਂ ਹੈਗੇ। ਉਹ ਫਿਰ ਡਿੱਗਦਾ ਆ, ਫਿਰ ਉਹਦੇ ਸੱਟ ਲੱਗਦੀ ਆ, ਉਹਦੇ ਕੋਲ ਹਥਿਆਰ ਹੈ ਨਹੀਂ, ਉਹ ਫਿਰ ਚੀਕਾਂ ਮਾਰਦਾ ਆ, ਹਨਾ, ਪਰੇਸ਼ਾਨ ਹੋ ਜਾਂਦਾ ਫਿਰ ਉਹ ਕਿ ਮੈਂ ਕੀ ਕਰਾਂ। ਠੀਕ ਹੈ, ਇਹ ਉਹ ਮਸੀਹ ਵਾਸਤੇ ਆ। ਪ੍ਰਭੂ ਸਾਨੂੰ ਅੱਜ ਸਾਨੂੰ ਦਿਖਾਉਂਦਾ ਕਿ ਤੁਸੀਂ ਤਿਆਰੀ ਕਰ ਲਓ, ਆਪਣੇ ਹਥਿਆਰ ਦੇਖੋ, ਤੁਹਾਡੇ ਕੋਲ ਹਥਿਆਰ ਨਹੀਂ ਹੈਗੇ ਅੱਜ, ਇਸ ਕਰਕੇ ਅਸੀਂ ਸਟਰਗਲ ਕਰਦੇ ਪਏ ਅੱਗੇ। जिससे तुम हाँ। उस दुष्ट के सब जलते हुए तीरों को बुझा सको। हाँ जी, अगला हथियार। इसके अतिरिक्त हाँ। मुक्ति का टॉप पहन लो कहते मुक्ति का टॉप। और आत्मा की ਆ ਦੇਖੋ, तलवार। ਧਿਆਨ ਦੇਖੋ, ਤੁਸੀਂ ਮੇਰੇ ਵੱਲ ਦੇਖੋ, ਤੁਸੀਂ ਥੋੜਾ ਜਿਹਾ ਧਿਆਨ ਨਾਲ, ਤੁਹਾਨੂੰ ਤੁਸੀਂ ਇਮੇਜਿਨ ਕਰੋ ਕਿ ਤੁਹਾਡੇ ਟੋਪ ਪਾਇਆ ਹੋਇਆ, ਜਿਹੜੇ ਬੰਦੇ ਲੜਾਈਆਂ ਲੜਦੇ ਸੀਗੇ ਉਹ ਕੀ ਕਰਦੇ ਸੀ? ਟੋਪ ਪਾਉਂਦੇ ਸੀ। ਕਾਹਦਾ ਭਲਾ ਟੋਪ? ਇੱਥੇ ਤੱਕ ਹੁੰਦਾ ਸੀ ਟੋਪ, ਉਹ ਇੱਕ ਟੋਪੀ मुक्ति ਹੁੰਦੀ का ਸੀ, ਟੋਪੀ ਜਿਹੀ। साल्वेशन। ਉਹ ਹੈਗਾ ਸਾਲਵੇਸ਼ਨ ਦਾ ਟੌਪ, ਮਤਲਬ ਕਿ ਤੁਹਾਡਾ ਉਧਾਰ ਹੋ ਚੁੱਕਾ ਹੈ, ਉਹਦਾ ਤੁਸੀਂ ਟੌਪ ਪਾਣਾ ਆ। ਪਹਿਲੇ ਕੀ ਕੀਤਾ ਸੀ ਭਲਾ? ਸਭ ਤੋਂ ਪਹਿਲੇ ਬੈਲਟ ਬੰਨੀ, सच्चाई दी। ਬੈਲਟ ਬੰਨੀ, ਪਹਿਲੇ ਕੱਸੀ ਬੈਲਟ ਇਦਾਂ कमर कस लो। ਠੀਕ ਆ। ਫੇਰ ਕੀ ਕੀਤਾ ਸੀ? ਫੇਰ ਅਸੀਂ ਚੈਸਟ ਧਾਰਮਿਕਤਾ ਦੀ ਢਾਲ। ਫੇਰ ਕੀ ਕੀਤਾ ਸੀ? ਫੇਰ ਅਸੀਂ ਕਵਚ ਲਿਆ ਹੱਥ ਵਿੱਚ। ਫੇਰ ਉਸ ਤੋਂ ਬਾਅਦ ਚੋਂ टोप। आप लोग हर समय पवित्र आत्मा में सब प्रकार की प्रार्थना और निवेदन करते रहो। हाँ। आप लोग जानते रहें और सब संतों के लिए लगन से निरंतर प्रार्थना करें। ਅਗਲੀ ਗੱਲ ਹੈਗੀ ਹੈ, ਸਭ ਤੋਂ ਜ਼ਰੂਰੀ ਹੈਗੀ ਹੈ ਪ੍ਰੇਅਰ। ਇਹ ਸਾਰੇ ਹਥਿਆਰਾਂ ਨੂੰ ਐਕਟੀਵੇਟ ਕਰਨ ਵਾਸਤੇ ਸਾਨੂੰ ਪ੍ਰਾਰਥਨਾ ਚਾਹੀਦੀ। ਪਿੱਛੇ ਬੈਕਅਪ ਪ੍ਰੇਅਰ ਕਹਿੰਦੇ ਨੇ, ਬੈਕਅਪ ਪ੍ਰੇਅਰ। ਉਹ ਜੇ ਪ੍ਰਾਰਥਨਾ ਨਹੀਂ ਨਾ ਹੋਗੀ, ਤੁਹਾਡੇ ਹਥਿਆਰ ਫੋਕੇ ਆ, ਫਿਰ ਉਹਨਾਂ ਨੇ ਕੰਮ ਹੀ ਨਹੀਂ ਕਰਨਾ। ਉਹਨਾਂ ਨੇ ਪ੍ਰਾਰਥਨਾ ਜੇ ਜੀਵਨ 'ਚ ਨਹੀਂ ਹੈਗੀ, ਉਹ ਖਾਲੀ ਇਦਾਂ ਦਾ ਬੰਦਾ ਹੈਗਾ ਵੀ ਉਹ ਲੜਾਈ ਦੇ ਵਿੱਚ ਤਾਂ ਆ ਗਿਆ ਪਰ ਉਹਦਾ ਟੋਪ ਕਮਜ਼ੋਰ ਆ। ਉਹ ਜਿਹੜਾ ਹੱਥ ਫੜਿਆ ਉਹਨੇ, ਉਹ ਵੀ ਨਹੀਂ ਕੋਈ ਕੰਮ ਕਰਨ ਵਾਲਾ, ਉਹਨੇ ਇੱਕ ਮਾਰਨਾ ਤੇ ਟੁੱਟ ਜਾਣਾ ਉਹਨੇ। ਠੀਕ ਹੈ ਜੀ। ਇਹ ਜਿੰਨੀਆਂ ਗੱਲਾਂ ਹੈਗੀਆਂ, ਇਹ ਹਥਿਆਰਾਂ ਨੂੰ ਤਾਕਤ ਪਤਾ ਕਦੋਂ ਮਿਲਣੀ? ਜਦੋਂ ਪਿੱਛੇ ਤੇ ਕੀ ਹੋਊਗੀ? ਉਹਦੇ ਪ੍ਰਾਰਥਨਾ ਹੋਊਗੀ। ਹੁਣ ਮੈਂ ਤੁਹਾਨੂੰ ਇਹ ਦੱਸਣਾ ਕਿ ਪ੍ਰਭੂ ਯਿਸੂ ਮਸੀਹ ਨੇ ਕਿੱਦਾਂ ਲੜਾਈ ਨੂੰ ਜਿੱਤਿਆ ਹੈ। हालेलुया। ਹਾਲੇਲੂਇਆ। ਅਸੀਂ ਦੇਖਣਾ ਕਿ ਪ੍ਰਭੂ ਨੇ ਕਿੱਦਾਂ ਲੜਾਈ ਜਿੱਤੀ ਆ।
ਤੇ ਅਸੀਂ ਕਿੱਦਾਂ ਜਿੱਤਣੀ ਲੜਾਈ ਹੋਣੀ। ਹੁਣ ਤੁਹਾਨੂੰ ਪਤਾ ਲੱਗਾ ਤੁਹਾਨੂੰ ਕਿ ਕਿਹੜੇ ਕਿਹੜੇ ਜਿਹੜੇ ਵੈਪਨਸ ਅਸੀਂ ਦੇਖੇ, ਵੈਪਨਸ ਇਹ ਵੈਪਨਸ ਅਸੀਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਦੇਖਣਾ ਕਿ ਕਿੱਦਾਂ ਵੈਪਨ ਕੰਮ ਕਰੂਗੇ ਸਾਡੇ ਜੀਵਨ 'ਚ। ਹਾਲੇਲੂਇਆ। ਪਹਿਲਾ ਵੈਪਨ ਕੀ ਸੀਗਾ ਭਲਾ? ਸੱਚਾਈ ਸੱਚਾਈ ਦੇ ਨਾਲ ਦਾ। ਕਮਰ ਕੱਸ ਲਓ। ਇਹ ਉਹ ਆਤਮ ਯੁੱਧ ਹੈਗਾ ਜਿਹਨੂੰ ਪ੍ਰਭੂ ਨੇ ਜਿੱਤਿਆ ਤੇ ਪ੍ਰਭੂ ਜੀਵਨ ਦੇ ਵਿੱਚ ਪ੍ਰਵੇਸ਼ ਕਰ ਗਏ, ਯਾਨੀ ਪ੍ਰਭੂ ਮਰਨ ਤੋਂ ਬਾਅਦ ਚ ਪ੍ਰਭੂ ਜੀਵਿਤ ਹੋਏ ਤੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਕਿੱਥੇ ਹੈਗੇ ਇਸ ਟਾਈਮ? ਸਵਰਗ ਦੇ ਵਿੱਚ। ਸੋ ਦੇ ਵਿੱਚ। ਤੇ ਸੇਮ ਟੂ ਸੇਮ ਰੂਲ ਸਾਡੇ ਵਾਸਤੇ ਅਪਲਾਈ ਹੁੰਦਾ ਹੈ ਵਰਲਡ ਦੇ ਉੱਪਰ। ਉਹੀ ਰੂਲ ਸਾਡੇ ਵਾਸਤੇ ਹੈ ਜਿਹੜਾ ਰੂਲ ਪ੍ਰਭੂ ਯਿਸੂ ਮਸੀਹ ਵਾਸਤੇ ਸੀਗਾ, ਲੇਕਿਨ ਉਹਨੂੰ ਪਹਿਲੇ ਕਿਹਨੇ ਪੂਰਾ ਕੀਤਾ? ਉਹਨੂੰ ਪਹਿਲੇ ਉਹਨੇ ਪ੍ਰਭੂ ਨੇ ਕੀਤਾ ਪੂਰਾ। ਹੁਣ ਅਸੀਂ ਕੀ ਕਰਨਾ? ਅਸੀਂ ਖਾਲੀ ਨਾ ਪ੍ਰਭੂ ਦੇ ਪਿੱਛੇ ਪਿੱਛੇ ਚੱਲਣਾ, ਪਿੱਛੇ 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 ਪਿੱਛੇ। ਹਾਲੇਲੂਇਆ। ਜੋ ਉਹਨੇ ਕੀਤਾ ਅਸੀਂ ਉਦਾਂ ਹੀ ਕਰਨਾ ਹੈ। ਅਸੀਂ ਕੋਈ ਵੱਡੀ ਗੱਲ ਨਵੀਂ ਗੱਲ ਨਹੀਂ ਕਰਨੀ, ਸਿਰਫ ਅਸੀਂ ਫੋਲੋ ਕਰਨਾ ਖੁਦਾ ਨੂੰ। ਪ੍ਰਭੂ ਨੇ ਕਿਹਾ ਆ ਆਪਣਾ ਕਰੂਸ ਚੱਕ ਤੇ ਮੇਰੇ ਪਿੱਛੇ ਹੋ ਲੈ। ਇਹ ਸਾਨੂੰ ਇਹ ਉਹਨਾਂ ਨੂੰ ਕਿਹਾ ਜਿਹੜੇ ਪ੍ਰਭੂ ਦੇ ਚੇਲੇ ਬਣਨੇ ਚਾਹੁੰਦੇ ਆ, ਉਹਨਾਂ ਵਾਸਤੇ ਗੱਲ ਕਹੀ। ਔਰ ਅਸੀਂ ਕੀ ਹੈ ਕਿ ਖੁਦਾ ਦੇ, ਮੈਂ ਤੁਹਾਨੂੰ ਪਿਛਲੀ ਵਾਰ ਗੱਲ ਕੀਤੀ ਸੀ, ਅਸੀਂ ਵੀ ਆਰ ਚੋਜ਼ਨ ਪੀਪਲ, ਅਸੀਂ ਖੁਦਾ ਦੇ ਚੁਣੇ ਹੋਏ ਲੋਕ ਆ। ਖੁਦਾ ਨੇ ਸਾਨੂੰ ਚੁਣਿਆ ਆ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਇੱਧਰ ਆਓ ਜੀ, ਆਹ ਰਾਹ ਜਿਹੜਾ ਨਾ ਇਹ ਉੱਪਰ ਜਾਂਦਾ ਖੁਦਾ ਦੇ ਘਰ ਨੂੰ। ਪ੍ਰੇਜ਼ ਦ ਲਾਰਡ। ਇਹ ਮੈਨੂੰ ਚੁਣਿਆ, ਤੁਹਾਨੂੰ ਚੁਣਿਆ, ਸਾਰਿਆਂ ਨੂੰ ਅਸੀਂ ਲੋਕਾਂ ਨੂੰ ਦੱਸਣਾ ਆ। ਠੀਕ ਹੈ ਜੀ, ਕਿਉਂਕਿ ਸਾਨੂੰ ਖੁਦਾ ਨੇ ਚੁਣਿਆ। ਇਹ ਜ਼ਿੰਮੇਵਾਰੀ ਮੇਰੀ ਬਣਦੀ ਹੈ, ਇਹ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਖੁਦਾ ਨੇ। ਲੇਕਿਨ ਕਿੱਦਾਂ ਭਲਾ? ਬਿਨਾ ਵੈਪਨਸ ਤੋਂ ਨਹੀਂ। ਤੁਹਾਡੇ ਕੋਲ ਹਥਿਆਰ ਚਾਹੀਦੇ ਕਿ ਤੁਸੀਂ ਟ੍ਰੇਨਿੰਗ ਤੁਸੀਂ ਲੈ ਲਓ ਚੰਗੀ ਤਰ੍ਹਾਂ, ਤੇ ਟ੍ਰੇਨ ਹੋ ਕੇ ਤੁਸੀਂ ਫਿਰ ਆ ਜਾਓ ਫਿਰ ਮੈਦਾਨ ਦੇ ਵਿੱਚ, ਕਹਿਣਾ ਆ ਜਾਓ ਹੁਣ। ਔਰ ਵਚਨ ਦੱਸਦਾ ਕਿ ਅਸੀਂ ਪਰਮੇਸ਼ਵਰ ਦੇ ਸਹਿਕਰਮੀ ਹੈਗੇ ਅਸੀਂ। ਹਾਲੇਲੂਇਆ। ਤੇ ਜਿਹੜਾ ਪ੍ਰਭੂ ਦਾ ਸਹਿਕਰਮੀ ਹੈਗਾ, ਜੇ ਉਹੀ ਵਿਚਾਰਾ ਕਮਜ਼ੋਰ ਹੋਊਗਾ ਤੇ ਕਿੱਦਾਂ ਜਾ ਕੇ ਲੜੂਗਾ? ਦੱਸੋ ਤੁਸੀਂ ਮੈਨੂੰ ਆਪ। ਤੁਸੀਂ ਮੰਨਦੇ ਇਸ ਗੱਲ ਨੂੰ ਨਾ? ਜੀ। ਇਸ ਕਰਕੇ ਸਾਨੂੰ ਤਿਆਰੀ ਕਰਨੀ ਆ ਉਸ ਲੜਾਈ ਦੇ ਵਿੱਚ। ਤਾਂ ਅਸੀਂ ਆ ਗਏ ਆ, ਸਾਡੇ ਤਾਂ ਉੱਪਰ ਉਹ ਤੀਰ ਮਰ ਜਾਂਦਾ ਉਹ, ਲੇਕਿਨ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਤੀਰ ਕਿੱਧਰੋਂ ਆ ਰਹੇ ਆ। ਅਸੀਂ ਅੱਜ ਹੁਣ ਪਤਾ ਲੱਗ ਗਿਆ ਸਾਨੂੰ ਤੀਰ ਕਿੱਧਰੋਂ ਆ ਰਹੇ ਆ। ਯੀਸ਼ੂ ਮਸੀਹ ਨੇ ਇਹ ਕੰਮ ਕੀਤਾ ਆ। ਮੈਂ ਤੁਹਾਨੂੰ ਪੜ੍ਹਾਊਂਗਾ, ਠੀਕ ਹੈ ਨਾ? ਜੇ ਉਹਨੇ ਬਣਾਇਆ, ਉਹਨੇ ਸਾਡੇ ਲਈ ਇੱਕ ਰਾਹ ਤਿਆਰ ਕਰ ਦਿੱਤਾ ਕਿ ਮੈਂ ਕੀਤਾ, ਤੁਸੀਂ ਮੇਰੇ ਪਿੱਛੇ ਆ ਜਾਓ ਤੇ ਅਸੀਂ ਵੀ ਕਰ ਸਕਾਂਗੇ, ਅਸੀਂ ਵੀ ਕਰਾਂਗੇ ਉਸ ਗੱਲ ਨੂੰ। ਲੇਕਿਨ ਕਿੱਦਾਂ? ਅਸੀਂ ਸਿਰਫ ਪ੍ਰਭੂ ਦੇ ਵਚਨ ਦੇ ਰਾਹੀਂ, ਜਿੱਦਾਂ ਵਚਨ ਸਾਨੂੰ ਸਿਖਾਇਆ ਜਾ ਰਿਹਾ, ਜਿੱਦਾਂ ਵਚਨ ਸਾਨੂੰ ਕਹਿੰਦਾ, ਬਾਈਬਲ ਸਾਨੂੰ ਕਹਿੰਦੀ ਹੈ, ਅਸੀਂ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਕਰਨਾ ਹੈ ਪੂਰਾ। ਹਾਲੇਲੂਇਆ। ਅਸੀਂ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਪੜ੍ਹਾਊਂਗਾ, ਛੋਟੀ ਜਿਹੀ ਗੱਲ ਹੈਗੀ ਆ ਉਹ। ਅਸੀਂ ਚਾਹਾਂਗੇ ਮਤੀ ਰਚੀ ਸੁਸਮਾਚਾਰ ਉਹਦੀ 12 ਦੀ 29 ਆਇਤ ਪੜਾਂਗੇ। ਮੈਂ ਚਾਹੁੰਦਾ ਤੁਹਾਨੂੰ ਫਟਾਫਟ ਮੈਂ ਟੱਚ ਕਰਾਵਾਂ फटाफट। या क्यों कर कोई मनुष्य किसी बलवंत के घर में घुसकर उसका माल लूट सकता है जब तक कि पहले उस बलवंत को बांध न ले, और तब वह उसका घर लूट लेगा। प्रेज द लॉर्ड। ਇੱਥੇ ਗੱਲ ਕੀਤੀ ਜਾ ਰਹੀ ਹੈ ਬਲਵੰਤ ਦੀ, ਇੱਕ ਸ਼ਕਤੀਸ਼ਾਲੀ ਦੀ। ਇੱਕ ਜਿਹੜਾ ਸ਼ਕਤੀਸ਼ਾਲੀ ਬੰਦਾ ਹੈਗਾ ਆ, ਜੇ ਉਹਨੇ ਕਿਸੇ ਨੂੰ ਲੁੱਟਣਾ ਆ, ਮੰਨ ਲਓ ਜੇ ਹੁਣ ਤੁਹਾਡੇ ਘਰ ਸ਼ਰਾਬ ਬਣਾ ਕੇ ਚੋਰ ਆ ਜਾਵੇ ਕੋਈ, ਤੇ ਜੇ ਤੁਸੀਂ ਕਮਜ਼ੋਰ ਹੋਗੇ, ਉਹਨੇ ਕੀ ਕਰਨਾ ਫਿਰ? ਉਹਨੇ ਤੁਹਾਨੂੰ ਬੰਨ੍ਹ ਦੇਣਾ ਉਲਟਾ, ਕਿਉਂਕਿ ਲੋਕਾਂ ਨੇ ਤਾਂ ਹੋਈਆਂ ਗੱਲਾਂ ਨਾ, ਉਹਨਾਂ ਘਰਾਂ 'ਚ ਲੋਕਾਂ ਨੇ ਬੰਨ੍ਹ ਦਿੱਤਾ ਉਹਨਾਂ ਨੇ। ਔਰ ਵਚਨ ਦੱਸਦਾ ਕਹਿੰਦਾ ਜਿਹੜਾ ਬਲਵੰਤ ਹੋਊਗਾ ਉਹ ਕੀ ਕਰੂਗਾ? ਪਹਿਲੇ ਉਹਨੂੰ ਬੰਨੂਗਾ, ਉਹਨੂੰ ਪਹਿਲੇ ਨੂੰ, ਫੇਰ ਜਾ ਕੇ ਉਹਦੇ ਘਰ ਦੇ ਵਿੱਚ ਉਹ ਲੁੱਟ ਖੁੱਟ ਕਰੂਗਾ। ਇਦਾਂ ਹੀ ਅਸੀਂ ਇਹਨਾਂ ਸ਼ਕਤੀਆਂ ਨੂੰ ਬੰਨਣਾ ਆ ਅਸੀਂ ਇਹਨਾਂ ਨੂੰ, ਕਿਉਂਕਿ ਵਚਨ ਨੇ ਕੀ ਸਾਨੂੰ ਦੱਸਿਆ ਹੋਣੀ। ਯੀਸ਼ੂ ਮਸੀਹ ਨੇ ਕਹਿੰਦੇ ਇਹਨਾਂ ਨੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਕਹਿੰਦੇ ਹਕੂਮਤਾਂ ਨੂੰ, ਅਸੀਂ ਪਹਿਲੇ ਪੜ੍ਹਿਆ ਸਾਡੀ ਲੜਾਈ ਵਾਲਾ ਕਾਹਦੇ ਨਾਲ ਹੈਗੀ ਆ? ਹਕੂਮਤਾਂ ਦੇ ਨਾਲ, ਇਖਤਿਆਰਾਂ ਦੇ ਨਾਲ, ਉਹ ਦੂਸਰੀਆਂ ਸ਼ਕਤੀਆਂ ਨਾਲ ਜਿਹੜੇ ਕਿੱਥੇ ਵਾਸ ਕਰਦੀਆਂ? ਉਹ ਹੈਵਨਲੀ ਪਲੇਸਿਸ, ਯਾਨੀ ਕਿ ਅਸਮਾਨ ਦੇ ਵਿੱਚ ਬੈਠਦੀਆਂ। ਉਹ ਉੱਥੋਂ ਸਾਰੇ ਹਥਿਆਰ, ਉਹ ਸਾਰਾ ਉੱਥੋਂ ਹੀ ਸਾਰੀਆਂ, ਉੱਥੇ ਬਕਾਇਦਾ ਉਹਨਾਂ ਦੀ ਟ੍ਰੇਨਿੰਗ ਚੱਲਦੀ ਇੱਦਾਂ ਪੂਰੀ। ਇੱਦਾਂ ਬਿਠਾਉਂਦੇ ਉਹਨਾਂ ਨੂੰ, ਇੱਦਾਂ ਕਹਿੰਦੇ ਤੂੰ ਇੱਦਾਂ ਕਰ, ਝੂਠ, ਉਹਦੇ ਘਰ ਜਾ ਕੇ ਤੂੰ ਝੂਠ ਦਾ ਕੰਮ ਕਰ, ਚੱਲ ਜਾ। ਉਹ ਕਹਿੰਦਾ ਠੀਕ ਹੈ ਜੀ, ਥੈਂਕ ਯੂ ਜੀ। ਉਹ ਜਾਂਦਾ ਫਿਰ ਫੁਰਤੀ ਦੇ ਨਾਲ, ਕਹਿੰਦਾ ਜਾ ਜਨਾ, ਤੂੰ ਜਾ ਕੇ ਉਹ ਬੰਦੇ ਜੀਵਨ 'ਚ ਨਾ ਜਨਾ ਕਰ ਲੈ ਕੇ ਆ। ਉਹਦੇ ਜੀਵਨ ਦੇ ਵਿੱਚ ਫਿਰ ਕਿਸੇ ਔਰਤ ਨੂੰ ਭੇਜਦਾ, ਉਹ ਲੈ ਕੇ ਆਉਂਦਾ ਹੈ। ਫਿਰ ਉਹਦੇ ਨਾਲ ਫਿਰ ਉਹ ਕੀ ਕਰਦੇ? ਫਿਰ ਉਹ ਜਨਾਹ ਕਰਦੇ ਆ। ਇਹ ਦੁਸ਼ਟ ਆਤਮਾ ਇੱਦਾਂ ਕੰਮ ਕਰਦੀਆਂ। ਲੇਕਿਨ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਜੇ ਇਹ ਗੱਲ ਪ੍ਰਭੂ ਵੱਲੋਂ ਨਹੀਂ ਹੈਗੀ ਤੇ ਇਹ ਗੱਲ ਜੇ ਆ ਰਹੀ ਤੇ ਮੇਰੇ ਜੀਵਨ 'ਚ ਕਿੱਧਰੋਂ ਆ ਰਹੀ ਹੈ? ਕਿਹੜਾ ਤੀਰ ਹੈਗਾ ਇਹ? ਹਾਲੇਲੂਇਆ। ਮੈਥਿਊ ਜਦੋਂ ਪੜ੍ਹਿਆ ਸੀ, ਹੁਣ ਉਹਦੇ ਵਿੱਚ ਕੀ ਹੈਗਾ? ਕਹਿੰਦਾ ਕਿ ਜਿਹੜਾ ਕੋਈ ਬਲਵੰਤ ਹੈਗਾ ਉਹੀ ਉਹਨੂੰ ਬੰਨੂ। ਹੁਣ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਨੇ ਕਿੱਦਾਂ ਕੀਤਾ ਇਹ। ਆइए पढ़ेंगे पहला पतरस ਉਹਦਾ 2:22। ना तो उसने पाप किया और ना उसके मुंह से छल की कोई बात नहीं। बस ਉਹਦੇ ਕੋਲ ਸੱਚਾਈ ਸੀਗੀ। ਪ੍ਰਭੂ ਨੇ ਕਦੀ ਝੂਠ ਨਹੀਂ ਬੋਲਿਆ। ਛਲ ਮੀਨਸ ਝੂਠ, ਫਰੇਬ। ਪ੍ਰਭੂ ਦੇ ਕੋਲ ਕੀ ਸੀਗਾ? ਕਹਿੰਦੇ ਉਹਨੇ ਸੱਚਾਈ ਦਾ ਜੀਵਨ, ਉਹਦੇ ਮੂੰਹ ਚੋਂ ਕਦੀ ਵੀ ਝੂਠ ਨਹੀਂ ਸੀ ਨਿਕਲਿਆ। ਉਹਦੇ ਕੋਲ ਸੱਚਾਈ ਦੀ ਬੈਲਟ ਸੀਗੀ ਉਹਦੇ ਕੋਲ। ਉਹਨੇ ਤਾਂ ਕਮਰ ਕੱਸੀ ਹੋਈ ਸੀ ਆਪਣੀ ਬੈਲਟ ਲਾ ਕੇ ਕਿ ਪ੍ਰਭੂ ਨੇ ਕਦੀ ਵੀ ਝੂਠ ਨਹੀਂ ਸੀ ਬੋਲਿਆ। ਇੱਕ ਵੀ ਸ਼ਬਦ ਪੂਰੇ ਜੀਵਨ ਦੇ ਵਿੱਚ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਝੂਠ ਨਹੀਂ ਸੀ ਨਿਕਲਿਆ। ਇਹਦਾ ਮੈਂ ਤੁਹਾਨੂੰ ਰੈਫਰੈਂਸ ਤੁਹਾਨੂੰ ਪੜਾਉਂਗਾ। ਇਹਦਾ ਅਸੀਂ ਪੜਾਂਗੇ ਤੀਤੁਸ ਨੂੰ
तीतुस, ਹਾਂਜੀ ਉਹਦੀ 1 ਦੀ 2 ਪੜਾਂਗੇ ਅਸੀਂ। उस अनंत जीवन की आशा पर जिसकी प्रतिज्ञा परमेश्वर ने जो झूठ बोल नहीं ਕਹਿੰਦੇ सकता, ਝੂਠ ਬੋਲ नहीं सकता। ਨਹੀਂ ਸਕਦਾ। ਪਰਮੇਸ਼ਵਰ ਕਦੀ ਝੂਠ ਨਹੀਂ ਬੋਲ ਸਕਦਾ, ਵਚਨ ਦੱਸਦਾ ਆ। ਅੱਗੇ ਤੁਸੀਂ ਪੜੋ ਮੇਰੇ ਨਾਲ, ਤੁਸੀਂ ਜਾਓ ਨੰਬਰਸ ਗਿਣਤੀ 23 ਦੀ 19 ਪੜਾਂਗੇ ਅਸੀਂ। ਮੈਂ ਚਾਹਨਾ ਤੁਹਾਨੂੰ ਰੈਫਰੈਂਸ ਪੜਾਵਾਂ ਇਹਦੇ ਨਾਲ, ਮੈਂ ਬਾਈਬਲ ਦੇ ਵਿੱਚੋਂ ਗਿਣਤੀ 23 ਦੀ 19। ईश्वर मनुष्य नहीं कि झूठ बोले, ਹਾਂਜੀ ਕਹਿੰਦੇ ਈਸ਼ਵਰ ਮਨੁष्य ਨਹੀਂ ਕਿ झूठ बोले, ਝੂਠ ਬੋਲੇ, और ना वह आदमी है, ਨਾ ਵਹ आदमी है ਆਦਮੀ ਹੈ कि अपनी इच्छा बदले। ਕਿ ਆਪਣੀ ਇੱਛਾ ਬਦਲੇ। क्या जो कुछ उसने कहा उसे ना करे। ਕਹਿੰਦਾ ਕਿਆ ਜੋ ਉਸਨੇ ਜੋ ਕੁਝ ਕਹਾ ਉਸਨੇ, ਇਹਦਾ ਮਤਲਬ ਕਿ ਪਰਮੇਸ਼ਵਰ ਨੇ ਜੋ ਕਹਿਤੀ ਨਾ ਗੱਲ, ਉਹ ਪ੍ਰਭੂ ਕਰਦਾ ਆ ਉਹ। क्या वह वचन देकर उसको पूरा ना करे। ਹਾਂਜੀ ਕਹਿੰਦੇ ਇਦਾਂ ਨਹੀਂ ਹੈਗਾ ਵੀ ਪਰਮੇਸ਼ਵਰ ਨੇ ਵਚਨ ਕਰਤਾ ਤੇ ਪੂਰਾ ਨਹੀਂ ਕਰਦਾ, ਲੇਕਿਨ ਕਹਿੰਦਾ ਇਨਸਾਨ ਕੀ ਕਰਦਾ ਹੈ। ਦੇਖੀ ਇਨਸਾਨ ਵਾ ਲਿਖਿਆ, ਇਨਸਾਨ ਆਪਣੀ ਇੱਛਾ ਬੋਲ ਦਿੰਦਾ। ਇੱਛਾ जी, ਉਹਨੇ ਜੋ ਗੱਲਾਂ ਕਹੀਆਂ ਨਾ ਮੂੰਹ ਦੇ ਰਾਹੀਂ, ਉਹ ਕੀ ਕਰਦੀਆਂ, ਉਹ ਜ਼ੁਬਾਨ ਉਹਦੀ ਪਲਟ ਜਾਂਦੀ ਉਹਦੀ, ਕਿਉਂਕਿ ਇਹ ਇਨਸਾਨ ਦੀ ਇਹ ਜਿਹੜੀ ਉਹਦੇ ਅੰਦਰ ਹੈ ਇਹ। गिनती 23:19। ਇੱਥੇ ਅਸੀਂ ਇਹ ਦੇਖਿਆ ਕਿ ਜਿਹੜੀ ਸੱਚਾਈ ਦੀ ਜਿਹੜੀ ਬੈਲਟ ਸੀਗੀ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਸੀਗੀ, ਉਹਨੇ ਕਦੀ ਝੂਠ ਨਹੀਂ ਸੀ ਬੋਲਿਆ। ਉਹੀ ਬੈਲਟ ਸਾਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਚੰਗੀ ਤਰ੍ਹਾਂ ਕੱਸਣੀ ਹੈ। ਇਦਾਂ ਝੂਠ ਦੀ ਜਿਹੜੀ ਆਤਮਾ ਹੈਗੀ ਆ ਅੱਜ ਬਹੁਤ ਲੋਕਾਂ ਨੂੰ ਖਰਾਬ ਕਰਦੀ ਪਈ। ਨਿੱਕੇ ਝੂਠ, ਨਿੱਕੇ ਫਾਇਦੇ ਵਾਸਤੇ ਨਿੱਕੇ ਝੂਠ, ਨਿੱਕੇ ਝੂਠ, ਛੋਟੀਆਂ ਗੱਲਾਂ ਪਰ ਝੂਠ। ਤੇ ਫਿਰ ਤੁਸੀਂ ਨਹੀਂ ਕਹਿ ਸਕਦੇ ਕਿ ਹਾਂ ਵੀ ਖੁਦਾਵੰਦ ਕਿ ਮੈਨੂੰ ਤੀਰ ਨਾ ਤੂੰ ਮੈਨੂੰ ਬਚਾ ਤੂੰ ਸ਼ੈਤਾਨ ਦੀਆਂ ਸ਼ਕਤੀਆਂ ਤੋਂ। ਫੇਰ ਨਹੀਂ ਬਚਾਉਂਦਾ ਉਹਨੇ ਨਹੀਂ ਤੁਹਾਨੂੰ ਬਚਾਉਣਾ। ਫਿਰ ਤੁਸੀਂ ਰਹਿਣ ਦਿਓ, ਫਿਰ ਸਾਰੀਆਂ ਗੱਲਾਂ ਗਲਤ ਹੈਗੀਆਂ। ਤੁਸੀਂ ਤੁਹਾਡੀ ਪ੍ਰਾਰਥਨਾ ਰੱਦ ਪ੍ਰਭੂ ਨੇ ਪਹਿਲੇ ਕੀਤੀਆਂ। ਤੁਹਾਡੀ ਕੋਈ ਪ੍ਰੇਅਰ ਨਹੀਂ ਸੁਣਦਾ ਉਹ, ਤੁਹਾਡੀ ਪ੍ਰਾਰਥਨਾ ਕਮਰੇ 'ਚ ਰਹਿ ਜਾਂਦੀ, ਇੱਥੇ ਹੀ ਉੱਪਰ ਨਹੀਂ ਜਾਂਦੀ ਉਹ ਪ੍ਰੇਅਰ ਤੁਹਾਡੀ, ਕਿਉਂਕਿ ਸਾਡੇ ਜੀਵਨ ਦੇ ਵਿੱਚ ਕੀ ਹੈਗਾ ਆ, ਝੂਠ ਹੈਗਾ ਆ। ਇਹ ਉਹ ਹਥਿਆਰ ਆ ਜਿਹੜਾ ਖੁਦਾ ਕਹਿੰਦਾ ਤੁਸੀਂ ਇਹਨੂੰ ਆਪਣੀ ਕਮਰ ਕੱਸਣੀ, ਤੁਸੀਂ ਇਹਦੇ ਨਾਲ। ਤੁਸੀਂ ਕਦੀ ਝੂਠ ਨਹੀਂ ਬੋਲਣਾ ਜੀਵਨ ਦੇ ਵਿੱਚ, ਚਾਹੇ ਮਰ ਜਾਓ ਲੇਕਿਨ ਝੂਠ ਨਾ ਬੋਲੋ। ਫੇਸ ਕਰੋ ਉਹਨਾਂ ਗੱਲਾਂ ਨੂੰ, ਫੇਸ ਕਰਨਾ ਸਿੱਖੋ, ਫੇਸ ਕਰਨਾ ਕਿ ਨਹੀਂ ਉਹ ਸਾਹਮਣੇ ਫੇਸ ਕਰਨਾ। ਮੈਂ ਸੱਚਾਈ ਦਾ ਜੀਵਨ ਮੈਂ ਜੀਊਂਗਾ ਪ੍ਰਭੂ, ਮੈਂ ਫੇਸ ਕਰੂੰਗਾ ਚਾਹੇ ਕੋਈ ਵੀ ਚੈਲੰਜ ਕਿਉਂ ਨਾ ਆ ਜਾਵੇ। ਗਲਤੀਆਂ ਇਨਸਾਨ ਕਰਦਾ ਆ, ਲੇਕਿਨ ਅਸੀਂ ਉਹਨੂੰ ਫੇਸ ਕਰਨਾ ਸੀ। ਉਹਨੂੰ ਝੂਠ ਬਾਰ ਕੇ ਨਾ ਅਸੀਂ ਉਹਨੂੰ ਪਿੱਛੇ ਨਹੀਂ ਕਰਨਾ ਆਪਣੇ ਜੀਵਨ ਦੇ ਵਿੱਚੋਂ ਕਿ ਮੈਂ ਇੱਥੋਂ ਡਰ ਕੇ ਮੈਂ ਭੱਜ ਜਾਵਾਂ, ਇੱਥੋਂ ਮੈਂ ਭੱਜਣਾ ਨਹੀਂ ਹੈਗਾ, ਉਹਨੂੰ ਫੇਸ ਕਰਨਾ ਹੈ। ਹਾਲੇਲੂਇਆ। ਦੂਜੀ ਗੱਲ ਕਿਹੜੀ ਹੈਗੀ, ਦੂਜਾ ਕਿਹੜਾ ਸੀਗਾ ਹਥਿਆਰ ਸਾਡਾ ਉਸ ਤੋਂ ਬਾਅਦ? ਉਹ ਸੀਗਾ ਧਾਰਮਿਕਤਾ ਦੀ झिलम ਪਾ ਲਓ, ਜਿਹੜੀ ਜੈਕਟ ਪਾ ਲਓ, ਠੀਕ ਹੈ, ਜਿਹਨੂੰ ਕਹਿੰਦੇ ਬ੍ਰੈਸਟ प्लेट ऑफ राइचियसनेस। ਹੁਣ ਧਾਰਮਿਕਤਾ ਤੇ ਅਸੀਂ ਕਿੱਦਾਂ ਪਾ ਸਕਦੇ ਹਾਂ? ਆਈਏ ਮੈਂ ਤੁਹਾਨੂੰ ਪੜਾਉਂਗਾ ਇਹ ਵੀ ਗੱਲ। ਅਸੀਂ ਪੜਾਂਗੇ ਪਹਿਲਾ यूहन्ना ਉਹਦਾ ਚੈਪਟਰ 2 दूजा अध्याय ਉਹਦੀ 1 और 2 आयत पढ़ांगे ਅਸੀਂ। हे मेरे बालकों, हाँ मैं ये बातें तुम्हें इसीलिए सिखाता हूँ हाँ कि तुम पाप ना करो। प्रेज द लॉर्ड। और यदि कोई पाप करे हाँ। तो पिता के पास हमारा एक सहायक है, अर्थात धार्मिक यीशु मसीह। हालेलुया। और वही हमारे पापों का प्रायश्चित है, और केवल हमारे ही नहीं वरन सारे जगत के पापों का भी। क्यों? क्योंकि ਇਹਨੂੰ ਕੀ ਕਿਹਾ ਗਿਆ ਭਲਾ ਪ੍ਰਭੂ ਨੂੰ? ਉਹ ਇੱਕ ਧਰਮੀ ਮਨੁੱਖ ਸੀਗਾ ਉਹ जी, ਉਹਦੇ ਕੋਲ ਧਾਰਮਿਕਤਾ ਵਾਸ ਕਰਦੀ ਹੈ। ਉਹਨੇ ਸਾਰੀਆਂ ਗੱਲਾਂ ਨੂੰ ਪੂਰਾ ਕੀਤਾ। ਉਹਦਾ ਧਰਮ ਅਸੀਂ ਆਪਣੇ ਜੀਵਨ 'ਚ ਲੈ ਕੇ ਆਣਾ, ਉਹਦੀ ਧਾਰਮਿਕਤਾ ਨੂੰ ਅਸੀਂ ਆਪਣੇ ਜੀਵਨ 'ਚ ਲੈ ਕੇ ਆਣਾ। ਯਾਨੀ ਕਿ ਅਸੀਂ ਯਿਸੂ ਮਸੀਹ ਧਾਰਮਿਕਤਾ ਨੂੰ ਉਹਦਾ ਕਵਚ ਪਾਣਾ ਸੀ ਕਿ ਮੇਰੇ ਕੋਲ ਕੌਣ ਹੈਗਾ ਆ, ਮੇਰੇ ਕੋਲ ਪ੍ਰਭੂ ਯਿਸੂ ਮਸੀਹ ਹੈਗਾ, ਮੈਂ ਉਹਦੀਆਂ ਗੱਲਾਂ ਨੂੰ ਆਪਣੇ ਜੀਵਨ 'ਚ ਰੱਖੂੰਗਾ। ਉਹ ਧਾਰਮਿਕਤਾ ਦੀ ਜਿਹੜੀ ਜੈਕਟ ਹੈਗੀ ਤੁਸੀਂ ਇਦਾਂ ਰੱਖਣੀ ਆਪਾਂ ਨੂੰ, ਕਿਉਂਕਿ ਪ੍ਰਭੂ ਨੇ ਸਾਨੂੰ ਬਚਾਇਆ ਸਾਰੀਆਂ ਗੱਲਾਂ ਤੋਂ। ਅਸੀਂ ਹੁਣੀ ਪੜ੍ਹੀ ਇਸ ਗੱਲ ਨੂੰ। ਜੇ ਅਸੀਂ ਧਾਰਮਿਕ ਪ੍ਰਭੂ ਯਿਸੂ ਨੂੰ ਆਪਣੇ ਜੀਵਨ 'ਚ ਰੱਖਾਂਗੇ, ਅਸੀਂ ਪਾਪ ਤੋਂ बचे ਅਸੀਂ रवांगे। ਬਚੇ ਰਵਾਂਗੇ। ਜੇ ਮੰਨ ਲਓ ਹੋ ਵੀ ਜਾਂਦਾ ਸਗੋਂ ਪਾਪ, ਮੰਨ ਲਓ ਸਾਡੀ ਗਲਤੀ ਹੋ ਵੀ ਗਈ, ਉਹ 'ਚੋਂ ਲਿਖਿਆ ਹੈ ਕਿ ਜੇ ਤੁਹਾਡੇ ਕੋਲ ਪਾਪ ਹੋ ਵੀ ਜਾਂਦਾ ਆ, ਸਾਡੇ ਕੋਲ ਕੌਣ ਹੈਗਾ ਫਿਰ? ਸਾਡੇ ਕੋਲ ਧਾਰਮਿਕ ਧਰਮੀ ਯਿਸੂ ਮਸੀਹ। ਪ੍ਰਭੂ ਯਿਸੂ ਮਸੀਹ ਹੈਗਾ, ਜਿਨ੍ਹਾਂ ਸਾਡੇ ਪਾਪ ਦੁਆਰਾ ਫਿਰ और वही हमारे पापों का प्रायश्चित है। ਕਿਉਂ? ਕਿਉਂਕਿ ਉਹਦਾ ਜਿਹੜਾ ਲਹੂ ਹੈਗਾ, ਵਚਨ ਦੱਸਦਾ, ਕਹਿੰਦਾ ਉਹਦਾ ਲਹੂ ਸਾਡੇ ਨਿਰੰਤਰ ਸਾਡੇ ਪਾਪ ਜਿਹੜੇ ਹੈਗੇ ਮਾਫ ਕਰ ਦਿੰਦਾ। ਐਵਰੀ ਟਾਈਮ ਕਿਉਂਕਿ ਉਹਨੂੰ ਪਤਾ ਆ ਕਿ ਸਾਡੇ ਜੀਵਨ 'ਚ ਚੈਲੰਜ ਆਓਗੇ, ਕਿਉਂਕਿ ਅਸੀਂ ਕੀ ਹੈਗੇ ਹਾਲੇ ਅਸੀਂ ਮਸੀਹ 'ਚ ਸਿਰ ਚੱਲਦੇ ਪਏ ਹਾਂ ਅਸੀਂ ਨਾ, ਔਰ ਕੋਈ ਵੀ ਸੰਪੂਰਨ ਨਹੀਂ ਹੈਗਾ। ਅਸੀਂ ਡਿੱਗਦੇ ਹਾਂ, ਖੜੇ ਹੁੰਦੇ ਹਾਂ, ਡਿੱਗਦੇ ਹਾਂ, ਲੇਕਿਨ ਪ੍ਰਭੂ ਸਾਨੂੰ ਹਰ ਵਾਰ ਸਾਨੂੰ ਇੱਕ ਨਵੇਂ ਲੈਵਲ ਤੇ ਲੈ ਕੇ ਜਾਂਦੇ, ਇੱਕ ਨਵੇਂ ਲੈਵਲ ਤੇ। ਠੀਕ ਹੈ, ਮੈਂ ਮੇਰੇ ਝੂਠ ਸੀ ਪ੍ਰਭੂ, ਮੈਂ ਅੱਜ ਝੂਠ, ਮੈਂ ਤਾਂ ਵਚਨ ਸੁਣਿਆ, ਮੈਂ ਹੁਣ ਝੂਠ ਨਹੀਂ ਬੋਲੂੰਗੀ ਕਦੀ ਵੀ ਲਾਈਫ ਦੇ ਵਿੱਚ। ਮੈਂ ਕਦੀ ਝੂਠ ਨਹੀਂ ਬੋਲੂੰਗਾ। ਹੁਣ ਮੈਨੂੰ ਪਤਾ ਲੱਗ ਗਿਆ ਕਿ ਇਹ ਇੱਕ ਹਥਿਆਰ ਹੈ ਮੇਰੇ ਜੀਵਨ ਦੇ ਲਈ। ਠੀਕ ਹੈ ਜੀ। ਹੁਣ ਤੁਹਾਡੇ ਜੀਵਨ 'ਚ ਕੀ ਹੋਇਆ? ਫਿਰ ਇੱਕ ਪਾਪ ਖਤਮ ਹੋ ਗਿਆ, ਪਾਪ ਹਮੇਸ਼ਾ ਵਾਸਤੇ। ਹੁਣ ਦੂਜੇ ਲੈਵਲ ਤੇ ਸਾਨੂੰ ਪ੍ਰਭੂ ਲੈ ਗਿਆ। ਪਹਿਲੇ ਮੈਂ ਝੂਠ ਬੋਲਦਾ ਸੀਗਾ ਇੱਥੇ, ਹੁਣ ਮੈਨੂੰ ਪ੍ਰਭੂ ਮੇਰੇ ਜੀਵਨ 'ਚ ਝੂਠ ਨੂੰ ਉਹਨੇ ਖਤਮ ਕਰ ਦਿੱਤਾ। ਔਰ ਕਿੱਦਾਂ ਹੋਇਆ ਇਹ ਹੋਇਆ ਵਚਨ ਨੂੰ ਸੁਣਨ ਦੇ ਨਾਲ, ਵਚਨ ਪੜ੍ਹਨ ਦੇ ਨਾਲ। ਔਰ ਅਸੀਂ ਉਸ ਗੱਲ ਨੂੰ ਦੇਖਿਆ ਕਿ ਧਾਰਮਿਕਤਾ ਦੀ ਕੀ ਪਾਣੀ ਆ?
ਝਿਲਮ ਪਾਣੀ ਧਾਰਮਿਕਤਾ ਦੀ। ਉਹ ਧਾਰਮਿਕਤਾ ਝਿਲਮ ਕੌਣ ਹੈਗਾ ਆ? ਯੀਸ਼ੂ ਮਸੀਹ ਆਪਣੇ ਆਪ ਦੇ ਵਿੱਚ। ਹਾਲੇਲੂਇਆ। ਅਗਲੀ ਗੱਲ ਅਸੀਂ ਪੜਾਂਗੇ ਅਗਲੇ ਹਥਿਆਰ ਬਾਰੇ। मेल मिलाप दे जूते। ਮੇਲ ਮਿਲਾਪ ਦੇ ਕਹਿੰਦਾ ਤੁਸੀਂ ਜੂਤੇ ਪਾ ਲਓ, ਮੇਲ ਮਿਲਾਪ ਜੂਤੇ। ਤੁਹਾਨੂੰ ਸੁਸਮਾਚਾਰ ਤੁਸੀਂ ਲੋਕਾਂ ਨੂੰ ਲੈ ਕੇ ਜਾਣਾ ਹੈ। ਸੁਸਮਾਚਾਰ ਤੁਸੀਂ ਕੀ ਕਹਿੰਦਾ ਪਾ ਲਓ? ਸ਼ੂਜ਼ ਪਾ ਲਓ, ਇਦਾਂ ਟਾਈ ਕਰ ਲਓ ਸ਼ੂਜ਼। ਆਈ ਮੈਂ ਤੁਹਾਨੂੰ ਪੜਾਉਂਗਾ। ਅਸੀਂ ਜਾਵਾਂਗੇ ਅਜ਼ਾਇਆ 52 ਉਹਦੀ 7, यशायाह नबी दी किताब 52 52 ਉਹਦੀ 7 ਆਇਤ ਪੜਾਂਗੇ ਅਸੀਂ। पहाड़ों पर उसके पाँव क्या ही सुहावने हैं, प्रेज द लॉर्ड। जो शुभ समाचार लाता है। देखिए कहना पहाड़ों पर उसके पाँव कितने ही सुहावने हैं, यानी कि प्रभु ने साडे पैरों ਨੂੰ ਕੀ ਕਿਹਾ ਹੈ? सुहावने। ਸੁਹਾਵਨੇ ਕਿਹਾ ਆ। ਜਿਹੜੇ ਲੋਕਾਂ ਕੋ ਸੁਸਮਾਚਾਰ ਲੈ ਕੇ ਜਾਂਦੇ ਆ, ਜਿਹੜੇ ਸੁਸਮਾਚਾਰ ਦੀ ਗੱਲ ਕਰਦੇ ਆ, ਉਹਨਾਂ ਦੇ ਪੈਰ ਕਹਿੰਦੇ ਜਿਹੜੇ ਹੈਗੇ ਸੁਹਾਵਨੇ ਆ, ਬਲੈਸਡ ਉਹਨਾਂ ਦੇ ਪੈਰ ਆ। ਜੇ ਤੁਸੀਂ ਕਿਸੇ ਨੂੰ ਜਗ੍ਹਾ ਸੁਸਮਾਚਾਰ ਤੁਸੀਂ ਦੱਸਦੇ ਆ ਤੇ ਤੁਹਾਡੇ ਜੀਵਨ ਦੇ ਵਿੱਚ ਵਚਨ ਪੂਰਾ ਹੁੰਦਾ ਹੈ। ਅੱਗੇ ਪੜਾਂਗੇ। जो शुभ समाचार लाता है, जो शांति की बातें सुनाता है और कल्याण का शुभ समाचार और उद्धार का संदेश देता है, जो सियोन से कहता है तेरा परमेश्वर राज्य करता है। प्रेज द लॉर्ड। कहना जो सियोन से कहता है कि तेरा परमेश्वर राज्य करता है, दैट मीन्स कि यीशु मसीह धरती ਉੱਪਰ ਆ ਗਿਆ ਆ। ਉਹਨੇ ਆਪਣੀ ਜਾਨ ਦੇ ਦਿੱਤੀ, ਉਹ ਰਾਜ ਕਰਦਾ ਪਿਆ ਹੁਣ ਸਾਡੇ ਵਿੱਚ। ਹਾਲੇਲੂਇਆ। ਉਹ ਸਾਡੇ 'ਚ ਰਾਜ ਕਰਦਾ ਪਿਆ। ਉਹਦਾ ਸੰਦੇਸ਼ ਸੱਚਾ ਸੰਦੇਸ਼, ਸ਼ਾਂਤੀ ਵਾਲਾ ਸੰਦੇਸ਼। ਕਿਉਂਕਿ ਵਚਨ ਦੱਸਦਾ ਕਿ ਜਿਹੜਾ ਪ੍ਰਭੂ ਕੋ ਆਉਂਦਾ ਹੈ ਉਹ ਇੱਕ ਇਹੋ ਜਿਹੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ ਜਿਹੜੀ ਸ਼ਾਂਤੀ ਤੁਹਾਨੂੰ ਇਹ ਵਰਲਡ ਕਦੇ ਨਹੀਂ ਦੇ ਸਕਦਾ। ਔਰ ਜਿਹੜਾ ਇਹਨੂੰ ਸੁਸਮਾਚਾਰ ਜਿਹੜਾ ਇਸ ਮੈਸੇਜ ਨੂੰ ਲੋਕਾਂ ਨੂੰ ਜਾ ਕੇ ਦੱਸਦਾ ਕਿ ਨਹੀਂ ਭੈਣ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਪ੍ਰਭੂ ਹੈਗੇ ਆ, ਕੋਈ ਗੱਲ ਨਹੀਂ, ਉਹਨੇ ਤੇਰੀ ਜਾਨ ਦਿੱਤੀ ਆ, ਡੋਂਟ ਵਰੀ। ਨਹੀਂ ਆਂਟੀ ਤੂੰ ਟੈਨਸ਼ਨ ਲੈ, ਕੋਈ ਗੱਲ ਨਹੀਂ, ਪ੍ਰਭੂ ਤੇਰੇ ਨਾਲ ਹੈਗਾ ਆ। ਹੈ ਨਾ। ਤੁਸੀਂ ਸੁਸਮਾਚਾਰ ਦੱਸਦੇ ਕਿ ਨਹੀਂ ਉਹਨੇ ਸਾਡੀ ਜਾਨ ਦਿੱਤੀ ਹੈ। ਬਾਰ-ਬਾਰ ਤੁਸੀਂ ਉਹਨੂੰ ਕਲੇਮ ਕਰਦੇ ਜੀਵਨ ਦੇ ਵਿੱਚ, ਬਾਰ-ਬਾਰ ਤੁਸੀਂ ਰੋਜ਼ ਉਹਨੂੰ ਪ੍ਰੋਕਲੇਮ ਕਰਦੇ ਆਪਣੇ ਕੰਮ ਦੇ ਉੱਪਰ, ਘਰਾਂ ਦੇ ਵਿੱਚ, ਪ੍ਰੇਅਰ ਮੀਟਿੰਗਸ ਦੇ ਵਿੱਚ। ਠੀਕ ਆ ਜੀ। ਨਵੇਂ ਲੋਕਾਂ ਨੂੰ ਤੁਸੀਂ ਦੱਸਦੇ ਆ ਉਹ ਕੀ ਹੈਗਾ ਆ? ਕਹਿੰਦਾ ਉਹਦੇ ਪੈਰ ਕਿੰਨੇ ਹੀ ਸੁਹਾਵਨੇ ਆ। ਕੀ ਤੁਸੀਂ ਆਪਣੇ ਪੈਰਾਂ ਨਾਲ ਜਾਂਦੇ ਆ? ਕਹਿੰਦਾ ਪੈਰਾਂ 'ਚ ਤੁਸੀਂ ਕੀ ਪਾ ਲਓ? ਸੁਸਮਾਚਾਰ ਦੇ ਜੂਤੇ ਪਾ ਲਓ। ਲੋਕਾਂ ਨੂੰ ਜਾ ਕੇ ਦੱਸੋ ਤਾਂ ਕਿ ਇਹ ਜੀਵਨ, ਇਹ ਹਥਿਆਰ ਹੈ, ਖੁਦਾ ਨੇ ਤੁਹਾਨੂੰ ਦਿੱਤਾ, ਤੁਹਾਡਾ ਕੰਮ ਹੈ, ਇਹ ਤੁਸੀਂ ਕਰਨਾ ਹੈ। ਤੁਸੀਂ ਇਹ ਜੇ ਤੁਸੀਂ ਨਹੀਂ ਕਰਦੇ ਪਏ, ਤੁਸੀਂ ਖੁਦਾ ਦੀ ਉਸ ਆਗਿਆ ਨੂੰ ਤੁਸੀਂ ਉਹਨੂੰ ਖੰਡਨ ਕਰ ਰਹੇ, ਤੁਸੀਂ ਖੁਦਾ ਦਾ। ਅਗਲਾ ਹਥਿਆਰ ਦੇਖਾਂਗੇ ਅਸੀਂ ਹੁਣ। ਹਾਂਜੀ ਅੱਜ ਪੜਾਂਗੇ ਅਸੀਂ ਰੈਵਲੇਸ਼ਨ प्रकाशित 1 ਦੀ 5 ਪੜਾਂਗੇ ਅਸੀਂ। ਪ੍ਰਕਾਸ਼ਿਤ ਵਾਕਿਆ 1 ਦੀ 5 1 ਦੀ 5 ਪੜਾਂਗੇ ਕਿ ਪ੍ਰਭੂ ਜਿਹੜਾ ਹੈਗਾ ਆ ਉਹ ਸਾਡਾ ਛੁਡਾਉਣ ਵਾਲਾ ਆ। ਅਸੀਂ ਉੱਤੇ ਵਿਸ਼ਵਾਸ ਰੱਖਣਾ ਆ। ਇਹ ਉਹ ਹਥਿਆਰ ਪਾਣਾ ਸੀ ਆਪਣੇ ਜੀਵਨ ਦੇ ਵਿੱਚ। ਹਾਂਜੀ ਪੜੀਏ। और यीशु मसीह की ओर से जो विश्वास योग्य साक्षी और मरे हुओं में से जी उठने वालों में पहलौठा और पृथ्वी के राजाओं का हाकिम है, तुम्हें अनुग्रह और शांति मिलती रहे, जो हमसे प्रेम रखता है और जिसने हमें अपने लहू के द्वारा हमें पापों से छुड़ाया है। हालेलुया। कहंदा जो यीशु मसीह जो विश्वास योग्य हैगा आ, ਤੁਸੀਂ ਉਹਨੂੰ ਵਿਸ਼ਵਾਸ ਕਰ ਸਕਦੇ, ਤੁਸੀਂ ਉਹਦੇ ਉੱਪਰ। ਜੇ ਅਸੀਂ ਉੱਤੇ ਵਿਸ਼ਵਾਸ ਕਰਦੇ ਆ, ਅਸੀਂ ਯੋਹਨਾ 'ਚ ਪੜ੍ਹਦੇ ਜਿਨ੍ਹਾਂ ਨੇ ਕਹਿੰਦੇ ਵਿਸ਼ਵਾਸ ਕੀਤਾ ਉਹ ਧੀਆਂ ਪੁੱਤਰ ਹੁੰਦਾ, ਉਹਨਾਂ ਨੂੰ ਕੀ ਮਿਲਿਆ? ਉਹਨਾਂ ਨੂੰ ਅਧਿਕਾਰ ਮਿਲਿਆ। ਉਹਨਾਂ ਨੂੰ ਅਧਿਕਾਰ ਮਿਲਿਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ। ਕਈ ਬੰਦੇ ਖਾਲੀ ਪਤਾ ਕੀ ਕਰਦੇ, ਬਾਈਬਲ ਵੀ ਪੜ੍ਹਦੇ ਆ, ਕੁਰਾਨ ਵੀ ਪੜ੍ਹਦੇ ਆ, ਉਹ ਆਪਣਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦੇ ਆ, ਰਮਾਇਣ ਵੀ ਪੜ੍ਹਦੇ ਆ। ਦੇ ਆਰ ਜਸਟ ਗੈਟਿੰਗ ਨੌਲੇਜ ਫਰੋਮ ਦਾ ਬੁੱਕਸ ਕਿ ਇਹ ਬੁੱਕਸ ਹੈਗੀਆਂ ਇਹ। ਲੇਕਿਨ ਜਿਹੜਾ ਇਹ ਵਿਸ਼ਵਾਸ ਕਰਦਾ ਕਿ ਬੁੱਕ ਨਹੀਂ ਹੈ ਬਾਈਬਲ, ਇਹ ਖੁਦਾ ਦਾ ਪਾਕ ਵਚਨ ਆ, ਉਹਦੇ ਵਾਸਤੇ ਕੰਮ ਹੁੰਦੇ ਫਿਰ ਇਹ। ਹਾਲੇਲੂਇਆ। ਬੁੱਕ ਤੁਸੀਂ ਪੜ੍ਹ ਸਕਦੇ ਆ ਐਜ਼ ਅ ਨੌਲੇਜ, ਲੇਕਿਨ ਜਦੋਂ ਤੁਸੀਂ ਗਿਆਨ ਦੇ ਬਾਰੇ ਤੁਸੀਂ ਇਦਾਂ ਇਹਨੂੰ ਪੜ੍ਹਦੇ ਕਿ ਪ੍ਰਭੂ ਮੇਰੀ ਬੁੱਧੀ ਨੂੰ ਖੋਲ, ਉਦੋਂ ਇਹ ਵਚਨ ਤੁਹਾਡੇ ਜੀਵਨ 'ਚ ਸੱਚਾਈ ਲੈ ਕੇ ਆਉਂਦਾ ਹੈ ਤੁਹਾਨੂੰ। ਫਿਰ ਤੁਹਾਡੇ ਜੀਵਨ ਦੇ ਵਿੱਚੋਂ ਜਿਹੜੇ ਬੁਰਾਈ ਨੂੰ ਕੀ ਕਰਦਾ ਇਹ ਕੱਢ ਦਿੰਦਾ ਹੈ, ਖਤਮ ਕਰਦਾ ਹੈ। ਅਸੀਂ ਵਿਸ਼ਵਾਸ ਦੀ ਕੀ ਪਾਣੀ, ਅਸੀਂ ਵਿਸ਼ਵਾਸ ਦਾ ਢਾਲ ਲੈਣੀ ਹੈ। ਵਿਸ਼ਵਾਸ ਦਾ ਉਹ ਜਿਹੜਾ ਢਾਲ ਲੈਣੀ ਹੈ ਕਿ ਮੈਂ ਵਿਸ਼ਵਾਸ ਕਰਦਾ ਕਿ ਪ੍ਰਭੂ ਨੇ ਕੀ ਕੀਤਾ ਮੇਰੇ ਲਈ, ਜਾਨ ਦਿੱਤੀ। ਆ ਵਿਸ਼ਵਾਸ ਆ ਕਿ ਉਹ ਤੀਜੇ ਦਿਨ ਕੀ ਹੋਇਆ, ਫਿਰ ਉਹ ਜੀਵਿਤ ਹੋਇਆ ਤੇ ਹੁਣ ਉਹ ਆਉਣ ਵਾਲਾ ਆ। ਇਹ ਸਾਡਾ ਵਿਸ਼ਵਾਸ ਆ। ਇਸ ਵਿਸ਼ਵਾਸ ਨੂੰ ਖਰਾਬ ਕਰਦਾ ਸ਼ੈਤਾਨ। ਹੁਣ ਤੁਹਾਨੂੰ ਦੱਸੂਗਾ ਮੈਂ ਕਿੱਦਾਂ ਅੱਗੇ। ਲਾਸਟ ਅਸੀਂ ਇੱਕ ਹੋਰ ਗੱਲ ਅਸੀਂ ਪੜਾਂਗੇ ਅੱਗੇ, ਮੁਕਤੀ ਦੀ ਟੋਪ। ਹਾਂਜੀ ਇਹ ਬਹੁਤ ਜ਼ਬਰਦਸਤ ਗੱਲ ਹੈਗੀ। ਇਹ ਵੀ ਅਸੀਂ ਜਾਵਾਂਗੇ ਰੋਮੀਓ ਉਹਦਾ 10 ਉਹਦੇ 9 ਤੇ 10 कि यदि तू अपने मुंह से यीशु मसीह को प्रभु जानकर अंगीकार करे और अपने मन से विश्वास करे कि परमेश्वर ने उसे मरे हुओं में से जिलाया, तो तू निश्चय उद्धार पाए। देखिए की कहंदा है उद्धार दा की पाना सी टोप। ਅਸੀਂ ਉਧਾਰ ਦਾ ਟੋਪ ਪਾਣਾ ਸੀ। यदि तू अपने मुंह से यीशु को प्रभु जानकर अंगीकार करे, कहंदा क्या जानकर, प्रभु जानकर अगर तू अंगीकार करे, जे तू एक्सेप्ट करदा आ
और अपने मन से विश्वास करे कि परमेश्वर ने उसे मरे हुओं में से जिलाया, हाँ तो तू निश्चय उद्धार पाएगा। ਇਹ ਜਿਹੜਾ ਉਧਾਰ ਦਾ ਟੋਪ ਆ ਕਹਿੰਦੇ ਤੁਸੀਂ ਇਹ ਪਾਣਾ ਹੈ ਆਪਣੇ ਸਿਰ ਦੇ ਉੱਪਰ। ਹਾਲੇਲੂਇਆ। ਜੇ ਅਸੀਂ ਕਨਫੈਸ ਕਰਦੇ ਇਸ ਗੱਲ ਨੂੰ, ਅਗਲੀ ਜਿਹੜੀ ਗੱਲ ਹੈਗੀ ਉਹ ਪੜਾਂਗੇ ਅਸੀਂ। क्योंकि धार्मिकता के लिए मन से विश्वास किया जाता है, हाँ जी, और उद्धार के लिए मुंह से अंगीकार किया जाता है। बस। हालेलुया। ਪ੍ਰੇਜ਼ ਦ ਲਾਰਡ। ਅਸੀਂ ਪੜਾਂਗੇ ਅਗਲਾ ਜਿਹੜਾ ਹਥਿਆਰ ਹੈਗਾ ਉਹ ਕੀ ਹੈ? ਵਚਨ ਰੂਪੀ ਕੀ ਲੈਣੀ ਅਸੀਂ ਭਲ ਹੱਥ ਵਿੱਚ? ਫਿਰ तलवार। ਅਸੀਂ ਤਲਵਾਰ ਲੈਣੀ ਹੈ, ਵਚਨ ਰੂਪੀ ਤਲਵਾਰ। ਹਾਂਜੀ ਪੜ੍ਹੀਏ। ਅਸੀਂ ਜਾਵਾਂਗੇ ਯਹੋਨਾ ਰਚੀ ਸੁਸਮਾਚਾਰ जी। ਉਹਦਾ 1 और 3 ਆਇਤ ਪੜਾਂਗੇ ਅਸੀਂ। आदि में वचन था, हाँ वचन परमेश्वर के साथ था, और वचन ही परमेश्वर था। यदि आदि में परमेश्वर के साथ था, सब कुछ उसी के द्वारा उत्पन्न हुआ, और जो कुछ उत्पन्न हुआ है उसमें से कोई भी वस्तु उसके बिना उत्पन्न ना हो। बस प्रेज द लॉर्ड। वचन ही परमेश्वर ਆ। हालेलुया। ਜੇ ਤੁਸੀਂ ਇਸ ਗੱਲ ਨੂੰ ਐਕਸੈਪਟ ਕਰਦੇ ਹੋ ਕਿ ਯੀਸ਼ੂ ਮਸੀਹ ਹੀ ਪਰਮੇਸ਼ਵਰ ਆ, ਤੁਹਾਡੀ ਤਲਵਾਰ ਵਾਂਗ ਕੰਮ ਕਰਦਾ ਤੁਹਾਡੇ ਜੀਵਨ 'ਚ। ਫਿਰ ਉਹ खुदा दा कलाम। ਠੀਕ ਹੈ ਜੀ। ਕਿੱਦਾਂ? ਕਲਾਮ। ਕਿਉਂਕਿ ਕਲਾਮ ਦੀ ਤਲਵਾਰ ਨਾਲ ਅਸੀਂ ਇਹਨਾਂ ਗੱਲਾਂ ਨੂੰ, ਜਿਹੜੇ ਤੇ ਤੀਰ ਹੈਗੇ ਆ ਸ਼ੈਤਾਨ ਦੇ, ਅਸੀਂ ਉਹਨਾਂ ਨੂੰ ਕੀ ਕਰਨਾ ਸੀ? ਅਸੀਂ ਉਹਨਾਂ ਨੂੰ ਵੱਢ ਦੇਣਾ, ਇਦਾਂ ਮਾਰ ਦੇਣਾ ਸੀ ਉਹਨਾਂ ਨੂੰ। ਕਿੱਦਾਂ? ਕਲਾਮ ਨੂੰ ਸਿੱਖ ਕੇ, ਕਲਾਮ ਨੂੰ ਜਾਣ ਕੇ। ਕਲਾਮ ਨੂੰ ਅਸੀਂ ਉਦੋਂ ਜਾਣਾਂਗੇ ਅਸੀਂ ਜਦੋਂ ਅਸੀਂ ਯੀਸ਼ੂ ਮਸੀਹ ਨੂੰ ਜਾਣਾਂਗੇ। ਕਿਉਂਕਿ ਇਹ 'ਚ ਬਾਈਬਲ ਦੱਸਦੀ, ਕਹਿੰਦੇ ਆਦि में वचन था, यानी कि आदि में यीशु मसीह था। वचन परमेश्वर के था, यीशु मसीह परमेश्वर के साथ था। वचन ही परमेश्वर था। यीशु मसीह ही परमेश्वर था। हालेलुया। आमीन। ਕਿਉਂਕਿ ਜਦੋਂ ਅਸੀਂ ਦੂਸਰੀਆਂ ਫਿਲਿੱਪੀਆਂ ਉਹਦੀ ਅਸੀਂ 2:5-6 ਪੜ੍ਹਦੇ ਹਾਂ, ਉੱਥੇ ਲਿਖਿਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਤੁੱਲੇ ਹੋਣ ਦੇ ਵੀ ਆਪਣੇ ਆਪ ਨੂੰ ਉਹਨੇ ਇੰਨਾ ਕੁ ਡਾਊਨ ਕਰ ਲਿਆ, ਜਦ ਕਿ ਉਹ ਪਰਮੇਸ਼ਵਰ ਸੀਗਾ। ਉਹਨੇ ਆਪਣੇ ਆਪ ਨੂੰ ਡਾਊਨ ਕਰ ਲਿਆ। ਉਹਨੇ ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦੇ ਜਿਹੜੇ ਉਹਦਾ ਲੈਵਲ ਸੀਗਾ, ਪਰਮੇਸ਼ਵਰ ਤੱਕ ਜਿਹੜਾ ਸੀਗਾ ਉਹਦੇ ਵਿੱਚ ਜਿਹੜੇ ਸੀਗੇ, ਉਹਨੇ ਆਪਣੇ ਆਪ ਨੂੰ ਇੰਨਾ ਕੁ ਡਾਊਨ ਕਰ ਲਿਆ ਕਿ ਉਹਨੇ ਚੇਲਿਆਂ ਦੇ ਪੈਰ ਤੱਕ ਧੋ ਦਿੱਤੇ। हालेलुया। ਸ਼ਾਇਦ ਤੁਸੀਂ ਇਸ ਗੱਲ ਨੂੰ ਜਾਣਦੇ ਕਿ ਨਹੀਂ ਜਾਣਦੇ, ਉਹਨੇ ਚੇਲਿਆਂ ਦੇ ਪੈਰ ਤੱਕ ਧੋਤੇ ਸੀਗੇ ਉਹਨੇ। ਉਸ ਪਰਮੇਸ਼ਵਰ ਨੇ ਜਿਹੜਾ ਹੈਵਨ ਦੇ ਵਿੱਚ ਵਾਸ ਕਰਦਾ ਸੀਗਾ ਨਾ, ਉਹ ਥੱਲੇ ਆ ਕੇ ਤੇ ਉਹਨੇ ਚੇਲਿਆਂ ਦੇ ਮਤਲਬ ਇੰਨਾ ਹੰਬਲਨੈਸ ਕੌਣ ਹੋ ਸਕਦਾ ਦੱਸੋ? ਉਹ ਜੇ ਚਾਹੁੰਦਾ ਤੇ ਸਵਰਦੂਤਾਂ ਦੀ ਇੱਥੇ ਇੰਨੀ ਕੁ ਬਾੜ ਆ ਸਕਦੀ ਸੀਗੀ, ਤੇ ਉਹ 1 ਮਿੰਟ ਦੇ ਵਿੱਚ ਸਾਰੀ ਧਰਤੀ ਨੂੰ ਨਾਸ਼, ਜਿੰਨੇ ਲੋਕ ਸੀਗੇ 1 ਮਿੰਟ ਦੇ ਵਿੱਚ ਖਤਮ ਕਰ ਸਕਦਾ ਸੀਗਾ ਉਹ। ਲੇਕਿਨ ਖੁਦਾ ਨੇ ਨਹੀਂ ਕੀਤਾ, ਕਿਉਂਕਿ ਉਹਨੇ ਸਾਡੇ ਵਾਸਤੇ ਜਾਨ ਦਿੱਤੀ ਹੈ। ਸਭ ਕੁਝ ਉਹਨੇ ਸਾਡੇ ਵਾਸਤੇ ਕੀਤਾ ਹੈ ਕਿ ਅਸੀਂ ਵੀ ਇੱਦਾਂ ਹੀ ਕਰੀਏ। ਸਾਡੇ ਜੀਵਨ ਵਿੱਚ ਹੰਬਲਨੈਸ ਨਹੀਂ ਹੁੰਦੀ, ਇਸ ਕਰਕੇ ਖੁਦਾ ਸਾਡੀ ਪ੍ਰਾਰਥਨਾ ਨਹੀਂ ਸੁਣਦਾ ਹੈਗਾ। ਅਸੀਂ ਘਮੰਡ 'ਚ ਚੱਲਦੇ ਫਿਰਦੇ, ਅਸੀਂ ਘਮੰਡ ਦੇ ਵਿੱਚ, ਔਰ ਸ਼ੈਤਾਨ ਫਿਰ ਸਾਡੇ ਤੀਰ ਮਾਰਦਾ, ਕਿਉਂਕਿ ਉਹਨੂੰ ਪਤਾ ਇਸ ਗੱਲ ਦਾ ਕਿ ਇਹ ਖੁਦਾ ਨਾਲ ਇਹਦਾ ਕੋਈ ਰਿਸ਼ਤਾ ਨਹੀਂ ਹੈਗਾ। ਉਹਨੂੰ ਪਤਾ ਇਸ ਗੱਲ ਦਾ। ਹਾਲੇਲੂਇਆ। ਅਗਲੀ ਜਿਹੜੀ ਲਾਸਟ ਗੱਲ ਹੈਗੀ ਆ ਉਹ ਮੈਂ ਤੁਹਾਨੂੰ ਪੜ੍ਹਾਉਂਗਾ, ਉਹ ਹੈਗੀ ਆ ਪ੍ਰਾਰਥਨਾ ਬਾਰੇ। ਜਦੋਂ ਗੱਲ ਕਰਦਾ ਹੂੰ, ਅਸੀਂ ਜਾਵਾਂਗੇ ਲੂਕਾ ਰਚੀ ਸੁਸਮਾਚਾਰ। ਲੂਕਾ रची सुसमाचार ਅਸੀਂ लूका दी अंजील। ਅਸੀਂ ਦੀ 5 ਤੇ 16 आयत पढ़ांगे। परंतु वह जंगलों में हाँ अलग जाकर प्रार्थना किया करता था। हाँ देखिए, कहते प्रभु यीशु मसीह जंगलों में अलग जाकर प्रार्थना किया करता था। ਉਹਦੇ ਕੋਲ ਪ੍ਰਾਰਥਨਾ ਦੀ ਸ਼ਕਤੀ ਸੀਗੀ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਦੇ ਕੋਲ। ਇਹ ਸਾਰੇ ਹਥਿਆਰ ਤੁਹਾਨੂੰ ਦੱਸੇ ਜਿਹੜੇ ਹਥਿਆਰ ਕਿਹਕੋ ਸੀਗੇ ਭਲਾ? ਇਹ ਸਾਰੇ ਹਥਿਆਰ ਯੀਸ਼ੂ ਮਸੀਹ ਦੇ ਕੋਲ ਸੀਗੇ। ਤੇ ਜੇ ਸਾਡੇ ਵਿੱਚ ਇਹਨਾਂ ਵਿੱਚ ਇੱਕ ਹਥਿਆਰ ਵੀ ਹੈ ਨਹੀਂ ਤਾਂ ਵੀ ਅਸੀਂ ਫਿਰ ਡੇਂਜਰ ਦੇ ਵਿੱਚ ਹਾਂ ਅਸੀਂ ਫਿਰ, ਕਿਉਂਕਿ ਇਹ ਹਥਿਆਰ ਸਾਡੇ ਨਹੀਂ ਹੈਗੇ। ਇਹ ਹਥਿਆਰ ਕਿਹਦੇ ਹੈਗੇ ਆ? ਅਸੀਂ ਪੜਿਆ ਇਹ ਕਹਿੰਦੇ ਪਰਮੇਸ਼ਵਰ ਦੇ ਹਥਿਆਰ ਆ। ਕਹਿੰਦਾ ਤੁਮ ਉनको क्या करो, बांध लो। ਤੁਸੀਂ ਇਕਵਿਪ ਕਰ ਲਓ ਆਪਣੇ ਆਪ ਨੂੰ ਤੁਸੀਂ ਹਥਿਆਰਾਂ ਦੇ ਨਾਲ। ਫਿਰ ਤੁਸੀਂ ਇਦਾਂ ਖੜੇ ਹੋਣਾ ਜਿੱਦਾਂ ਇੱਕ ਨਾ ਯੋਧਾ ਹੁੰਦਾ ਹੈ। ਅਸੀਂ ਹਲੇ ਯੋਧਾ ਨਹੀਂ ਹੈਗੇ, ਅਸੀਂ ਹਲੇ ਖਾਲੀ ਇੱਦਾਂ ਬਸ ਆਤ ਹੈਗੇ ਮੈਦਾਨ 'ਚ। ਉਹ ਮੁੱਕੇ ਮਾਰਦਾ, ਕਦੇ ਇੱਧਰੋਂ ਮੁੱਕਾ ਪੈਂਦਾ, ਕਦੇ ਢਿੱਡ 'ਚ ਮੁੱਕਾ ਪੈਂਦਾ, ਕਦੇ ਇੱਧਰੋਂ ਮੁੱਕਾ ਪੈਂਦਾ। ਫਿਰ ਅਸੀਂ ਡਿੱਗਦੇ ਹਾਂ। ਕਿੱਦਾਂ ਮੁੱਕੇ ਪੈਂਦੇ ਆ? ਫਿਰ ਅਸੀਂ ਫੇਲ ਹੁੰਦੇ, ਫੇਲ। ਫਿਰ ਕਹਿੰਦੇ ਕਿ ਪ੍ਰਭੂ ਤੂੰ ਤਾਂ ਮੇਰੀ ਪ੍ਰਾਰਥਨਾ ਨਹੀਂ ਸੁਣਦਾ। ਉਹ ਕਹਿੰਦਾ ਤੂੰ ਤਾਂ ਆਪ, ਮੈਂ ਤਾਂ ਤੁਹਾਨੂੰ ਦੱਸਿਆ ਵੀ ਤੂੰ ਖਾਲੀ ਹਥਿਆਰਾਂ ਨਾਲ ਘੁੰਮੀ ਜਾਂਦਾ, ਮੈਂ ਘੁੰਮੀ ਜਾ ਇੱਥੇ। ਫਿਰ ਤੂੰ ਜਦ ਤੱਕ ਸਾਡੇ ਜੀਵਨ ਦੇ ਵਿੱਚ ਸੱਚਾਈ ਨਹੀਂ ਆਣੀ, ਪਹਿਲਾ ਹਥਿਆਰ, ਅਸੀਂ ਖੁਦਾ ਨੂੰ ਨਹੀਂ ਕਹਿ ਸਕਦੇ ਕਿ ਖੁਦਾਵੰਦ ਮੇਰੇ ਜੀਵਨ 'ਚ ਆਹ ਕੰਮ ਕਰ। ਦੂਜੀ ਗੱਲ, ਜੇ ਅਸੀਂ ਧਰਮੀ ਖੁਦਾ ਨੂੰ ਨਹੀਂ ਆਪਣੇ ਜੀਵਨ 'ਚ ਲੈਂਦੇ, ਸਾਡੇ ਧਾਰਮਿਕਤਾ ਅਸੀਂ ਫਿਰ ਖਾਲੀ ਹਾਂ, ਅਸੀਂ ਫਿਰ ਅਧਰਮੀ ਠਹਿਰਦੇ ਹਾਂ, ਅਸੀਂ ਫਿਰ ਪਾਪੀ ਠਹਿਰਦੇ ਹਾਂ, ਜਿਸ ਉਹਦੇ ਲਹੂ ਨੂੰ ਨਹੀਂ ਲੈਂਦੇ ਅਸੀਂ ਆਪਣੇ ਜੀਵਨ ਦੇ ਵਿੱਚ, ਹੈ ਨਾ। ਦੂਜੀ ਗੱਲ ਉਹ ਕੀ ਕਹਿੰਦਾ, ਜੇ ਤੁਸੀਂ ਕਹਿੰਦਾ ਸੁਸਮਾਚਾਰ ਨੂੰ ਦੇਸ਼ ਲੋਕਾਂ 'ਚ ਨਹੀਂ ਦੱਸਦੇ ਜਾ ਕੇ, ਉਹ ਵੀ ਹਥਿਆਰ ਨਹੀਂ ਹੈਗਾ ਤੁਸੀਂ। ਔਰ ਜਦੋਂ ਸਾਰੀ ਗੱਲਾਂ ਅਸੀਂ ਇਕਵਿਪ ਕਰਦੇ ਹਾਂ ਅਸੀਂ, ਤੇ ਫਿਰ ਖੁਦਾਬੰਦੀ ਜਿਹੜਾ ਹੈਗਾ ਆ ਉਹਦਾ ਅਨੁਗ੍ਰਹ ਸਾਡੇ ਉੱਪਰ ਹੁੰਦਾ ਆ, ਤੇ ਅਸੀਂ ਫਿਰ ਖੁਦਾ ਦੇ ਵਿੱਚ ਅੱਗੇ ਅਸੀਂ ਵੱਧਦੇ ਹਾਂ। ਸ਼ੈਤਾਨ ਦੀਆਂ ਸਾਰੀ ਸ਼ਕਤੀਆਂ ਨੂੰ ਅਸੀਂ ਵੀ ਜਾਣਦੇ ਹਾਂ। ਹੁਣ ਜੇ ਮੇਰੇ ਜੀਵਨ 'ਚ ਸੱਚਾਈ ਹੋਊਗੀ, ਮੈਨੂੰ ਪਤਾ ਹੋਊਗਾ ਕਿ ਮੈਂ ਆਮ ਰਾਈਟ ਵਿਦ ਗੋਡ, ਮੈਨੂੰ ਪਤਾ ਕਿ ਮੈਂ ਖੁਦਾ ਦੇ ਬੱਚੇ ਨਾਲ ਸਹੀ ਹਾਂ, ਫਿਰ ਉਹ ਤੁਹਾਡੇ ਜੀਵਨ 'ਚ ਲੈ ਕੇ ਨਹੀਂ ਆ ਸਕਦਾ ਝੂਠ ਫਰੇਬ। ਉਹਨੂੰ ਪਤਾ ਕਿ ਇਹਨੇ ਬੰਦੇ ਨੇ ਸੱਚ ਹੀ ਬੋਲਣਾ ਹੈ। ਉਹ ਫਿਰ ਕੀ ਹਾਂ, ਉਸ ਦੁਸ਼ਟ ਆਤਮਾ ਨੇ ਫਿਰ ਉੱਥੋਂ ਚੱਲ ਜਾਣਾ ਉਹਨੇ। ਕਿਉਂਕਿ ਜਿੰਨੀਆਂ ਦੁਸ਼ਟ ਆਤਮਾ ਹੈਗੀਆਂ ਇਹ ਝੂਠ ਦੀਆਂ, ਅਵਿਸ਼ਵਾਸ ਦੀਆਂ,
ਜੇ ਅਸੀਂ ਧਰਮੀ ਖੁਦਾ ਨੂੰ ਨਹੀਂ ਜਾਣਦੇ, ਉਹ ਅਵਿਸ਼ਵਾਸ ਵਾਲੀ ਇੱਕ ਦੁਸ਼ਟ ਆਤਮਾ ਆਉਂਦੀ ਹੈ। ਅਸੀਂ ਗਿਰਨਾ ਨਹੀਂ ਹੈਗਾ। ਗਿਰਦੇ ਕਿੱਦਾਂ? ਅਸੀਂ ਜਦੋਂ ਅਸੀਂ ਪਾਪ ਦੇ ਜੀਵਨ ਦੇ ਵਿੱਚ ਅਸੀਂ ਐਂਟਰ ਹੁੰਨੇ ਹਾਂ, ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ, ਜਦੋਂ ਅਸੀਂ ਖੁਦਾ ਦਾ ਵਚਨ ਨਹੀਂ ਪੜ੍ਹਦੇ, ਬਾਈਬਲ ਸਟੱਡੀ ਅਸੀਂ ਜਦੋਂ ਇਗਨੋਰ ਕਰਦੇ, ਖੁਦਾ ਦੀ ਗੱਲਾਂ ਨੂੰ ਅਸੀਂ ਇਗਨੋਰ ਕਰਦੇ ਹਾਂ। ਠੀਕ ਹੈ ਜੀ, ਬਹੁਤ ਸਾਰੇ ਮੀਟਿੰਗਸ ਅਸੀਂ ਕਰਦੇ ਕਿ ਨਹੀਂ ਛੱਡ ਪਰੇ, ਫੇਕ ਦੀ ਸਹੀ। ਠੀਕ ਹੈ, ਅਸੀਂ ਵਚਨ ਨੂੰ ਤੁੱਛ ਜਾਣ ਜਾਂਦੇ ਕਿ ਨਹੀਂ ਕੋਈ ਗੱਲ ਇਹ ਕਿ ਸੁਣਨਾ ਹੈ, ਚਲੋ ਛੱਡੋ ਪਰੇ, ਬਾਈਬਲ ਕੀ ਪੜ੍ਹਨੀ, ਬਾਈਬਲ ਬਾਅਦ 'ਚ ਪੜ੍ਹਾਂਗੇ, ਹਾਲੇ ਮੇਰੇ ਕੋਲ ਟਾਈਮ ਨਹੀਂ ਹੈਗਾ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ। ਤੇ ਜਦੋਂ ਅਸੀਂ ਇਹ ਹਥਿਆਰਾਂ ਨੂੰ ਆਪਣੇ ਜੀਵਨ 'ਚ ਪਾਵਾਂਗੇ, ਅਸੀਂ ਲਵਾਂਗੇ, ਤੇ ਅਸੀਂ ਸ਼ੈਤਾਨ ਦੇ ਜਿਹੜੇ ਜਲਦੇ ਹੋਏ ਤੀਰ ਹੈਗੇ ਆ, ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਉਹ ਅਸਮਾਨ 'ਚ ਬੈਠਾ ਆ, ਉਹ ਕੀ ਕਰਦਾ ਹੈ, ਤੇ ਟ੍ਰੇਨ ਪੂਰਾ ਕਰਦਾ ਦੁਸ਼ਟ ਆਤਮਿਆਂ ਨੂੰ, ਝੂਠ ਦੀ ਦੁਸ਼ਟ ਆਤਮਾ ਭੇਜਦਾ ਹੈ ਤਰਤੇ। ਤੁਹਾਡੇ ਜੀਵਨ 'ਚ ਆਊਗੀ, ਉਹ ਤੁਹਾਡੇ ਦਿਲ 'ਚ ਇੱਕ ਗੱਲ ਆਊਗੀ, ਇਹਨੂੰ ਝੂਠ ਬੋਲਦੇ। ਇਹ ਕੌਣ ਹੈਗਾ ਆ? ਇਹ ਉਹਨੇ ਭੇਜੀ ਹੋਈ ਦੁਸ਼ਟ ਆਤਮਾ ਆ। ਲੇਕਿਨ ਤੁਹਾਨੂੰ ਯਾਦ ਹੋਊਗਾ ਬਚਨ, ਕਹਿੰਦੀ ਮੈਂ ਝੂਠ ਨਹੀਂ ਬੋਲਣਾ। ਕਿਉਂ? ਕਿਉਂਕਿ ਇਹ ਮੇਰੇ ਕੋਲ ਇੱਕ ਸੱਚਾਈ ਦਾ ਹਥਿਆਰ ਆ। ਫਿਰ ਕਹਿੰਦਾ ਨਾ, ਤੁਸੀਂ ਜਦੋਂ ਉਹਨੂੰ ਇਹ ਗੱਲ ਕਹੋਗੇ ਤੇ ਉਹ ਤੁਹਾਡੇ ਕੋਲ ਫਿਰ ਕੀ ਕਰੂਗੀ? ਫਿਰ ਉਹ ਕਹਿੰਦੇ ਸ਼ੈਤਾਨ ਦਾ ਸਾਹਮਣਾ ਕਰੋ, ਤੇ ਉਹ ਕੀ ਹੋ ਜਾਊਗਾ? ਤੁਹਾਡੇ ਤੋਂ ਦੌੜ ਜਾਊਗਾ। ਉਹ ਇਦਾਂ ਦੌੜਨਾ ਉਹਨੇ। ਹੁਣ ਮੈਂ ਝੂਠ ਬੋਲੀ ਜਾਂਦਾ ਪਿਆ, ਝੂਠ ਦੇ ਝੂਠ, ਝੂਠ ਦੇ ਝੂਠ, ਝੂਠ ਦੇ ਝੂਠ, ਉਹ ਤਾਂ ਤੁਹਾਡੇ ਅੰਦਰ ਕੰਮ, ਉਹ ਤਾਂ ਤੁਹਾਡੇ ਅੰਦਰ ਬੈਠਾ, ਉਹਨੇ ਕਿਤੇ ਭੱਜਣਾ, ਉਹਨੇ ਨੇ ਭੱਜਣਾ। ਲੇਕਿਨ ਜਦੋਂ ਤੁਸੀਂ ਫੈਸਲਾ ਲਓਗੇ ਕਿ ਨਹੀਂ ਮੈਂ ਪ੍ਰਭੂ ਨਾਲ ਚੱਲਣਾ ਆ, ਤੇ ਫਿਰ ਉਹਨੂੰ ਭੱਜਣਾ ਪੈਣਾ। ਉਹਨੂੰ ਪਤਾ ਲੱਗ ਗਿਆ ਵੀ ਇਹ ਹੁਣ ਤਿਆਰ ਹੋ ਗਈ ਭੈਣ, ਇਹ ਭਰਾ ਤਿਆਰ ਹੋ ਗਿਆ, ਹੁਣ ਤਾਂ ਮੈਨੂੰ ਇੱਥੋਂ ਭੱਜਣਾ ਪੈਣਾ ਆ। ਫਿਰ ਉਹ ਘਰ ਨੂੰ ਖਾਲੀ ਕਰਦਾ, ਫਿਰ ਉਹ ਘਰ ਲੱਭਦਾ ਹੋਰ ਪਾਸੇ ਜਾਂਦਾ ਆ। ਜਦੋਂ ਵੀ ਕਿਸੇ ਇਨਸਾਨ ਦੇ ਵਿੱਚ ਨਾ ਦੁਸ਼ਟ ਆਤਮਾ ਜਾਂਦੀ ਆ, ਕਹਿੰਦੇ ਉਹ ਫਿਰ ਬਿਆਬਾਂ 'ਚ ਜਾਂਦੀ, ਜੰਗਲਾਂ ਦੇ ਵਿੱਚ ਘੁੰਮ ਕੇ ਨਾ ਉਹ ਦੇਖਦੀ ਆ ਇੱਥੇ, ਅੱਛਾ ਉਹ ਇੱਥੇ ਮੈਨੂੰ ਕੋਈ ਰਸਤਾ ਨਹੀਂ ਲੱਭਿਆ ਹੁਣ ਰਹਿਣ ਵਾਸਤੇ। ਫਿਰ ਕੀ ਕਰਦੀ? ਵਾਪਸ ਆਉਂਦੀ ਉਸੇ ਘਰ ਦੇ ਵਿੱਚ। ਯਾਦ ਰੱਖਿਓ, ਵਾਪਸ ਆਉਂਦੀ ਫਿਰ ਹੌਲੀ ਹੌਲੀ ਉਸ ਘਰ 'ਚ। ਉਹ ਦੇਖਦੀ ਵੀ ਇਹ ਤਾਂ ਘਰ ਸਾਫ਼ ਆ ਬਿਲਕੁਲ, ਬਾਈਬਲ ਦੱਸਦੀ ਇਸ ਗੱਲ ਨੂੰ। ਕਹਿੰਦੇ ਉਹ ਘਰ ਬਿਲਕੁਲ ਸਾਫ਼ ਹੋ ਜਾਂਦਾ ਹੈ, ਉਹਦੇ ਵਿੱਚ ਝੂਠ ਕਿਤੇ ਨਹੀਂ ਰਹਿੰਦਾ। ਫਿਰ ਲੇਕਿਨ ਜਦੋਂ ਆਉਂਦੀ ਨਾ, ਉਹ ਤੁਹਾਨੂੰ ਹੋਰ ਦੱਸਣ ਗੱਲ, ਉਹ 7 ਹੋਰ ਦੁਸ਼ਟ ਆਤਮਾ ਨਾਲ ਲੈ ਕੇ ਆਉਂਦੀ ਹੈ, 7 ਹੋਰ ਰੂਹਾਂ ਨਾਲ ਹੁੰਦੀਆਂ। ਕਹਿੰਦੀ ਆ ਜਾ, ਤੈਨੂੰ ਦਿਖਾਉਂਦੀ ਉਹ ਘਰ ਸਾਫ਼ ਆ ਉਹ। ਤੇ ਜੇ ਉਹ ਘਰ ਦੇ ਵਚਨ ਨਹੀਂ ਹੈਗਾ, ਜਾਂ ਉਸ ਘਰ 'ਚ ਪ੍ਰਾਰਥਨਾ ਨਹੀਂ ਹੈਗੀ, ਜਾਂ ਨਹੀਂ ਫਿਲ ਕੀਤਾ ਉਹਨੂੰ, ਉਹ ਕਹਿਣਾ ਆਓ ਜੀ ਬੈਠੋ। ਝੂਠ ਵੀ, ਫਰੇਬ ਵੀ, ਨਿੰਦਾ ਵੀ, ਚੁਗਲੀ ਵੀ, ਸਾਰੇ ਦੁਸ਼ਟ ਆਤਮਾ ਹੀ ਹੈ ਇਹ ਫਿਰ ਜ਼ਬਾਨ ਦੇ ਰਾਹੀਂ ਫਿਰ ਕੰਮ ਕਰਦੀਆਂ, ਫਿਰ ਹੌਲੀ ਦਿਲ 'ਚ ਕੰਮ ਕਰਦੀਆਂ। ਇੱਦਾਂ ਕਰਕੇ ਸਾਨੂੰ ਕੀ ਕਰਦੀਆਂ? ਭ੍ਰਿਸ਼ਟ ਕਰਦੀਆਂ। ਭ੍ਰਿਸ਼ਟ ਜਦੋਂ ਸਾਨੂੰ ਇਹ ਭ੍ਰਿਸ਼ਟ ਕਰਦੀਆਂ, ਤੇ ਸਾਨੂੰ ਖੁਦਾ ਦੇ ਘਰ ਤੋਂ ਜਾਣ ਦੇ ਵਿੱਚ ਸਾਡੀ ਸਭ ਤੋਂ ਵੱਡੀ ਵਾਧਾ ਹੁੰਦੀ ਹੈ। ਫਿਰ ਇਹ ਅਸੀਂ ਫਿਰ ਖੁਦਾ ਦੀ ਉਸ ਆਵਾਜ਼ ਨੂੰ ਸੁਣ ਨਹੀਂ ਪਾਉਂਦੇ, ਸਾਡੇ ਕੰਨ ਬੰਦ ਹੋ ਜਾਂਦੇ ਆ। ਇੱਦਾਂ ਕਰਕੇ ਫਿਰ ਇੱਦਾਂ ਹੀ ਫਿਰ ਇਹ ਦੁਸ਼ਟਾਂ ਨੂੰ ਭੇਜਦੇ ਹੈਗੇ ਆ, ਨਸ਼ੇ ਦੀ ਦੁਸ਼ਟ ਆਤਮਾ ਨੂੰ, ਕਿ ਜਾ ਕੇ ਉਹ ਭਰਾ ਨੂੰ ਸ਼ਰਾਬ ਪਿਲਾ, ਉਹਨੂੰ ਸ਼ਰਾਬ ਚਲਾ ਦੇ ਉਹਨੂੰ ਚੰਗੀ ਤਰ੍ਹਾਂ। ਉਹ ਫਿਰ ਇੱਦਾਂ ਦੀ ਦੋਸਤੀ 'ਚ ਪੈਂਦਾ ਆ। ਤੁਹਾਨੂੰ ਯਾਦ ਹੈ ਪਿਛਲੇ ਸਮੇਂ ਅਸੀਂ ਕਿਹੜੀ ਗੱਲ ਪੜ੍ਹੀ ਸੀ ਭਲਾ? ਪ੍ਰਭੂ ਕਹਿੰਦਾ ਤੁਸੀਂ ਅਲੱਗ ਹੋ ਜਾਓ ਲੋਕਾਂ ਤੋਂ। ਇਹੀ ਸੀ ਨਾ ਪੜ੍ਹਿਆ ਸੀ ਲਾਸਟ ਟਾਈਮ, ਕਿ ਤੁਸੀਂ ਅਲੱਗ ਹੋਣਾ ਹੈ ਗੱਲਾਂ ਤੋਂ, ਤੁਸੀਂ ਲੋਕਾਂ ਤੋਂ ਵੀ ਅਲੱਗ ਹੋਣਾ, ਜਿਹੜੇ ਲੋਕ ਤੁਹਾਡੇ ਜੀਵਨ 'ਚ ਹੈਗੇ ਆ। ਠੀਕ ਹੈ ਜੀ, ਅਸੀਂ ਲੋਕਾਂ ਤੋਂ ਅਲੱਗ। ਕੱਲ੍ਹ ਮੈਨੂੰ ਕਿਸੇ ਦਾ ਫੋਨ ਆਇਆ, ਉਹ ਮੇਰਾ ਬੜਾ ਕਲੋਜ਼ ਹੈਗਾ ਬੰਦਾ ਉਹ। ਠੀਕ ਆ, ਉਹ ਮੇਰਾ 2 ਸਾਲ ਬਾਅਦ 'ਚ ਮੈਨੂੰ ਫੋਨ ਆਇਆ ਉਹਦਾ। ਉਹਨੇ ਸ਼ਰਾਬ ਪੀਤੀ, ਰੱਜ ਕੇ ਪੀਤੀ ਸ਼ਰਾਬ, ਜਦ ਕਿ ਬੰਦਾ ਸ਼ਰਾਬ ਛੱਡ ਗਿਆ ਸੀ ਬੰਦਾ ਉਹ। ਉਹਨੂੰ ਮੈਂ ਵਚਨ ਦੱਸਿਆ, ਮੈਂ ਤਾਂ ਉਹਨਾਂ ਨੂੰ ਵਚਨ ਦੱਸਿਆ, ਉਹਨੂੰ ਅਸੀਂ ਪੂਰਾ ਕਾਉਂਸਲ ਕੀਤਾ, ਉਹ ਸਾਰੀ ਸ਼ਰਾਬ ਛੱਡ ਗਿਆ, ਬਿਲਕੁਲ ਠੀਕ ਹੋ ਗਿਆ ਉਹ। ਉਹਦਾ ਜੀਵਨ 2 ਸਾਲ ਬਹੁਤ ਚੰਗਾ ਰਿਹਾ ਉਹਦਾ ਜੀਵਨ। ਫਿਰ ਉਹਨੇ ਇੱਕ ਫੈਸਲਾ ਕੀਤਾ, ਉਹ ਫਿਰ ਜਾ ਕੇ ਅਨ ਜਾਤੀਆਂ ਲੋਕਾਂ 'ਚ ਜਾ ਕੇ ਫਿਰ ਉਹਨੇ ਦੋਸਤੀ ਕੀਤੀ, ਉਹਨਾਂ 'ਚ ਰਹਿਣਾ ਸ਼ੁਰੂ ਕਰਤਾ ਉਹਨੇ। ਅਸੀਂ ਉਹਨੂੰ ਕਹਿੰਦਾ, ਮੈਂ ਕਿਹਾ ਤੂੰ ਬਾਈਬਲ ਪੜ੍ਹ, ਮੈਂ ਕਿਹਾ ਆਇਆ ਕਰ, ਚਰਚ ਆਉਣਾ ਸ਼ੁਰੂ ਕਰ, ਆਇਆ ਕਰ। ਉਹਨੇ ਮੇਰੀ ਇੱਕ ਦਿਨ ਆਇਆ ਕਿ ਉਹ ਮੇਰੇ ਮੈਸੇਜ ਵੀ ਉਹਨੇ ਜਵਾਬ ਉਹਨੇ ਬੰਦ ਕਰਤੇ ਉਹਨੇ ਮੈਸੇਜ। ਮੈਂ ਕਿਹਾ ਠੀਕ ਆ ਵੀ ਇਹ ਤੇਰਾ ਫੈਸਲਾ ਆ, ਠੀਕ ਹੈ, ਕਿਉਂਕਿ ਪ੍ਰਭੂ ਦਾ ਵਚਨ ਤੁਹਾਨੂੰ ਪੋਕ ਕਰਦਾ ਬਾਰ-ਬਾਰ ਇੱਦਾਂ। ਵਚਨ ਕਹਿੰਦਾ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਮੈਂ ਤੇਰੇ ਕੋਲ ਖੜਾ ਆ, ਜਦ ਤੱਕ ਤੂੰ ਨਹੀਂ ਨਾ ਖੋਲੂੰਗਾ ਮੈਂ ਤੇਰੇ ਅੰਦਰ ਨਹੀਂ ਆਉਣਾ। ਪ੍ਰਭੂ ਕੰਡੀਸ਼ਨ ਰੱਖਦਾ, ਕੰਡੀਸ਼ਨ, ਜੇ ਤੂੰ ਖੋਲੂੰਗਾ ਫੇਰ ਮੈਂ ਅੰਦਰ ਆਉਣਾ ਆ। ਹੀ ਇਜ਼ ਨੋਟ ਅ ਫੋਰਸ ਗੋਡ ਕਿ ਹਾਂ ਕਿ ਤੁਹਾਨੂੰ ਫੋਰਸਫੁਲੀ ਕਿਉਂਕਿ ਨਹੀਂ ਤੈਨੂੰ ਕਰਨਾ ਪੈਣਾ, ਨਹੀਂ ਤਾਂ ਮੈਂ ਤੇ ਉੱਪਰ ਦੰਡ ਲੈ ਕੇ ਆਊਂਗਾ। ਦੰਡ ਤਾਂ ਆਊਗਾ ਹੀ ਆਊਗਾ, ਦੰਡ ਉਦੋਂ ਆਊਗਾ ਜਦੋਂ ਅਸੀਂ ਮਰਨਾ ਆ, ਉਸ ਤੋਂ ਬਾਅਦ 'ਚੋਂ ਦੰਡ ਆਉਣਾ। ਲੇਕਿਨ ਹਾਲੇ ਸਾਡੇ ਕੋਲ ਵਚਨ ਦੱਸਦਾ ਹੈ ਕਿ ਤੁਹਾਡੇ ਕੋਲ ਹਾਲੇ ਮੌਕਾ ਹੈਗਾ ਇੱਕ, ਅਸੀਂ ਉਹਨਾਂ ਹਥਿਆਰਾਂ ਨੂੰ ਪਾਉਣਾ ਆ। ਕੱਲ੍ਹ ਮੇਰੇ ਕੋਲ ਇੰਨਾ ਰੋਵੇ ਬੰਦਾ, ਉਹ ਮੇਰੇ ਕੋਲ ਬੜਾ ਰੋਇਆ, ਭਾਜੀ ਮੈਨੂੰ ਤੁਸੀਂ ਮੇਰੀ ਹੈਲਪ ਬੜੀ ਕੀਤੀ ਸੀਗੀ, ਮੈਨੂੰ ਇੱਦਾਂ ਹੋ ਗਿਆ, ਮੈਂ ਵਾਪਸ ਚਲ ਗਿਆ ਪਾਪ 'ਚ, ਮੈਂ ਚਲ ਗਿਆ। ਮੈਂ ਕਿਹਾ ਵੀ ਤੇਰੀ ਮੈਂ ਕਿਹਾ ਚੋਇਸ ਹੈ। ਮੈਂ ਕਿਹਾ ਤੈਨੂੰ ਅਸੀਂ ਕਿਹਾ ਸੀਗਾ, ਮੈਂ ਕਿਹਾ ਤੇਰੀ ਚੋਇਸ ਹੈ ਇਹ। ਠੀਕ ਹੈ ਜੀ, ਅੱਜ ਦੇ ਹਾਲਾਤ ਬਹੁਤ ਬੁਰੀ ਆ ਹੁਣ ਫਿਰ ਦੁਬਾਰਾ। ਕਿੱਦਾਂ ਗਿਆ? ਜਦੋਂ ਸਾਡੀ ਚੋਇਸ ਹੁੰਦੀ ਅਸੀਂ ਤਾਂ ਉਹਨਾਂ ਲੋਕਾਂ 'ਚ ਰਹਿੰਦੇ ਆ। ਮੈਂ ਉਹਨੂੰ ਕਿਹਾ ਸੀ, ਮੈਂ ਦੇਖਿਆ ਸੀ ਫੋਟੋਆਂ ਦੀ ਇੱਕ ਵਾਰੀ ਫੇਸਬੁੱਕ ਪਰ, ਉਹ ਸ਼ਰਾਬਾਂ ਸ਼ੁਰੂ ਰੱਖੀਆਂ ਉਹਨਾਂ ਨੇ, ਜਾਂ ਲੋਕਾਂ 'ਚ ਬੈਠਦੇ ਸੀਗੇ ਉਹਨਾਂ ਲੋਕਾਂ 'ਚ। ਮੈਂ ਕਿਹਾ ਵੀ ਇਹ ਖਤਮ ਹੋ ਗਿਆ ਬੰਦਾ ਇਹ, ਕਿਉਂਕਿ ਖੁਦਾ ਤੁਹਾਡੇ ਜੀਵਨ 'ਚ ਆਉਂਦਾ ਹੈਗਾ ਆ। ਜਦੋਂ ਅਸੀਂ ਯੋਹੰਨਾ ਪੜ੍ਹਦੇ ਹਾਂ 10:10 ਉਹ 'ਚ ਲਿਖਿਆ, ਸ਼ੈਤਾਨ ਆਉਂਦਾ ਹੈ ਕਿ ਤੁਹਾਨੂੰ ਨਾਸ਼ ਕਰੇ ਤੇ ਤੁਹਾਨੂੰ ਵਾਢੇ, ਤੁਹਾਨੂੰ ਉਹ ਮੌਤ ਵੱਲ ਲੈ ਕੇ ਜਾਵੇ। ਔਰ ਪ੍ਰਭੂ ਯਿਸੂ ਮਸੀਹ ਕਹਿੰਦੇ ਮੈਂ ਆਇਆ ਕਿ ਮੈਂ ਤੁਹਾਨੂੰ ਕੀ ਦੇਵਾਂ? ਤੁਹਾਨੂੰ ਜੀਵਨ ਦੇਵਾਂ, ਔਰ ਤੁਹਾਨੂੰ ਚੋਖਾ ਜੀਵਨ ਦੇਵਾਂ। ਦੇਖੋ ਜੀਵਨ ਵੀ ਹੈਗਾ ਤੇ ਲੇਕਿਨ ਉਹਦੇ ਉੱਪਰ ਬਲੈਸਿੰਗ ਵੀ ਹੈਗੀ। ਬਲੈਸਿੰਗ 2 ਗੱਲਾਂ ਆ, ਹੈ ਨਾ, ਦਾ ਫੁਲਫਿਲਮੈਂਟ ਆਫ ਦਾ ਲਾਈਫ, ਕਿ ਤੁਹਾਡੇ ਜੀਵਨ ਦੇ ਵਿੱਚ ਸ਼ਰਾਪ ਨਹੀਂ ਹੋਊਗਾ। ਫਿਰ ਸ਼ਰਾਪ ਪ੍ਰਭੂ ਯਿਸੂ ਮਸੀਹ ਤੋੜ ਸਕਦੇ ਆ,
ਕਦੋਂ? ਜਦੋਂ ਸਾਡਾ ਫੈਸਲਾ ਹੋਊਗਾ ਮੈਂ ਚੱਲਣਾ ਹੈ, ਮੈਂ ਹਥਿਆਰਾਂ ਨੂੰ ਦੇਖਣਾ ਕਿ ਮੇਰੇ ਕੋਲ ਹਥਿਆਰ ਹੈਗੇ ਨਹੀਂ ਹੈਗੇ। ਅਸੀਂ ਆਪਣੀ ਜਾਂਚ ਕਰਨੀ ਅੱਜ ਤੋਂ ਬਾਅਦ ਚੋਂ ਕਿ ਮੈਂ ਮੈਦਾਨ 'ਚ ਤਾਂ ਆ ਗਿਆ ਲੜਾਈ ਦੇ ਵਿੱਚ। ਸ਼ੈਤਾਨ ਦੀਆਂ ਯੁਕਤੀਆਂ ਨੂੰ ਤੁਸੀਂ ਨਾ ਪਹਿਚਾਨ ਸਕਦੇ ਤੁਸੀਂ ਹੁਣ ਕਿ ਜੇ ਇਹ ਗੱਲ ਪ੍ਰਭੂ ਵੱਲੋਂ ਹੈਗੀ ਆ ਕਿ ਇਹ ਸ਼ੈਤਾਨ ਵੱਲੋਂ, ਅਸੀਂ ਉਹਨੂੰ ਪਹਿਚਾਨਣਾ ਆ, ਅਸੀਂ ਉਹਦੇ ਮਨਨ ਕਰਨਾ। ਗੱਲ ਤੇ ਤੁਹਾਨੂੰ ਕੋਈ ਬੰਦਾ ਗੱਲ ਕਰਦਾ ਪਿਆ ਨਾ, ਜੇ ਉਹ ਝੂਠ ਬੋਲਦਾ ਪਿਆ ਜਾਂ ਤੁਹਾਨੂੰ ਝੂਠ ਬੋਲਣ ਵਾਸਤੇ ਤੁਹਾਨੂੰ ਉਹ ਬੰਦਾ ਉਕਸਾਉਂਦਾ ਪਿਆ ਕਿ ਤੂੰ ਵੀ ਇੱਦਾਂ ਕਰ, ਸਮਝ ਲਓ ਕਿ ਉਹ ਕਿਹਦੀ ਆਤਮਾ ਹੈਗੀ ਆ? ਉਹ ਦੁਸ਼ਟ ਆਤਮਾ ਆ। ਉਹ ਲੋਕਾਂ ਦੇ ਰਾਹੀਂ ਕੰਮ ਕਰਦੀ ਆ। ਉਹ ਤੁਹਾਡੀ ਮਾਂ ਰਾਹੀਂ ਕੰਮ ਕਰ ਸਕਦੀ ਆ, ਤੁਹਾਡੀ ਭੈਣ ਰਾਹੀਂ ਕੰਮ ਕਰ ਸਕਦੀ ਆ, ਤੁਹਾਡੀ ਵਾਈਫ ਰਾਹੀਂ ਕੰਮ ਕਰ ਸਕਦੀ ਆ, ਤੁਹਾਡੇ ਬੱਚਿਆਂ ਰਾਹੀਂ ਕੰਮ ਕਰ ਸਕਦੀ ਆ, ਤੁਹਾਡੇ ਰਾਹੀਂ ਕੰਮ ਕਰ ਸਕਦੀ ਆ। ਉਹਨੇ ਕਿਸੇ ਨਾ ਕਿਸੇ ਨੂੰ ਇਸਤੇਮਾਲ ਕਰਨਾ ਹੈ ਇੱਦਾਂ। ਉਹਨੇ ਦੇਖਿਆ ਵੀ ਇਹ 'ਚ ਨਹੀਂ ਮੈਂ ਵੜ ਸਕਦੀ ਨਾ, ਓਕੇ ਇਹਦੇ ਵਿੱਚ ਦੇਖੀ ਟਰਾਈ ਕਰਕੇ, ਇਹ 'ਚ ਨਹੀਂ ਵੜਦੀ, ਚਲੋ ਉਹ 'ਚ ਜਾ ਕੇ ਟਰਾਈ ਕਰ। ਉਹ ਟਰਾਈ ਕਰਦੀ ਆ। ਉਹ ਤੇ ਜਿੱਥੇ ਉਹਨੂੰ ਘਰ ਮਿਲ ਗਿਆ, ਥੋੜਾ ਮੌਕਾ ਮਿਲ ਗਿਆ ਇੰਨਾ ਕੁ, ਕਹਿੰਦੇ ਜਿਹੜਾ ਸੱਪ ਹੁੰਦਾ ਨਾ, ਸੱਪ ਕਹਿੰਦੇ ਸੱਪ ਨੂੰ ਨਾ ਬਹੁਤ ਕਿਤੇ ਵੱਡਾ ਨਹੀਂ ਚਾਹੀਦਾ ਹੁੰਦਾ ਆਉਣ ਵਾਸਤੇ ਅੰਦਰ, ਉਹਨੂੰ ਇੱਕ ਛੋਟੀ ਜਿਹੀ ਚੀਜ਼ ਚਾਹੀਦੀ ਹੁੰਦੀ ਇੰਨੀ ਕੁ। ਉਹ ਸੱਪ ਦੇ ਵਿੱਚ ਇਹੋ ਜਿਹੀ ਕਲਾ ਹੁੰਦੀ ਹੈ ਕਿ ਆਪਣੀ ਸਕਿਨ ਨੂੰ ਨਾ ਉਹ ਆਪਣੇ ਆਪ ਨੂੰ ਇੰਨਾ ਕੁ ਉਹ ਨਾ ਇੰਨਾ ਉਹ ਸਲੀਕ ਹੁੰਦਾ ਹੈ ਕਿ ਉਹ ਛੋਟੇ ਜਿਹੇ ਹੋਲ 'ਚ ਨਿਕਲ ਜਾਂਦਾ। ਉਹ ਇਹ ਸੱਪ ਦੀ ਜਿਹੜੀ ਉਹਦੀ ਕੁਆਲਿਟੀ ਹੈ, ਉਹਦੀ ਸੱਪ ਦੀ ਛੋਟਾ ਜਿਹਾ ਹੋਲ ਅਗਰ ਤੁਹਾਡੇ ਜੀਵਨ 'ਚ ਹੈਗਾ ਆ ਤੇ ਉਹ ਹੋਲ ਸੱਪ ਨੂੰ ਆਉਣ ਵਾਸਤੇ ਬਹੁਤ ਵੱਡਾ, ਉਹਦੇ ਵਾਸਤੇ ਬਹੁਤ ਵੱਡੀ ਜਗ੍ਹਾ ਹੈਗੀ, ਲੇਕਿਨ ਇੱਕ ਛੋਟਾ ਜਿਹਾ ਹੋਲ। ਅਸੀਂ ਉਹਨਾਂ ਸਾਰੇ ਹੋਲ ਨੂੰ ਅਸੀਂ ਅੱਜ ਸੁਣਿਆ ਕਿ ਅਸੀਂ ਉਹ ਸਾਰੇ ਜਿੰਨੇ ਵੀ ਉਹ ਕਲਪਨਾ ਹੈਗੀਆਂ, ਜਿੰਨੀਆਂ ਗੱਲਾਂ ਅਸੀਂ ਉਹਨੂੰ ਕੀ ਕਰਨਾ ਸੀ, ਉਹਨਾਂ ਨੂੰ ਅਸੀਂ ਖੰਡਨ ਕਰਨਾ, ਉਹਨਾਂ ਦਾ ਖੰਡਨ, ਤਾਂ ਕਿ ਅਸੀਂ ਜੀਂਦੇ ਰਹੀਏ, ਜਾਗਦੇ ਰਹੀਏ ਅਸੀਂ। ਹਾਲੇਲੂਇਆ। ਅਸੀਂ ਖੜੇ ਹੋਵਾਂਗੇ, ਅਸੀਂ ਉਹ ਧੰਨਵਾਦ ਕਰਾਂਗੇ ਇਸ ਵਚਨ ਵਾਸਤੇ ਔਰ ਅਸੀਂ ਪ੍ਰਾਰਥਨਾ ਚੱਲਾਂਗੇ। ਆਈ ਹੋਪ ਕਿ ਤੁਹਾਨੂੰ ਸਭ ਨੂੰ ਇਹ ਗੱਲ ਜ਼ਰੂਰ ਸਮਝ ਆਈ ਹੋਗੀ ਅੱਜ। ਹਾਲੇਲੂਇਆ।